ਜਿਹੜਾ ਵਜ਼ੀਰ ਵੀ ਬਹੁਤਾ ਖੁੱਲ ਕੇ ਕੇਂਦਰ ਸਰਕਾਰ ਦੇ ਖਿਲਾਫ ਬੋਲ ਰਿਹਾ ਹੈ ਅੱਜ ਦੀ ਡੇਟ 'ਚ, ਉਹਨਾਂ ਨੂੰ ਅੰਦਰੋਂ ਧਮਕੀਆਂ ਸੈਂਟਰਲ ਗਵਰਨਮੈਂਟ ਤੋਂ ਮੈਸੇਜ ਆਣੇ ਸ਼ੁਰੂ ਹੋ ਗਏ ਨੇ। ਉਹ ਕਹਿੰਦੇ ਸੀਐਮ ਤੋਂ ਲੈ ਕੇ ਥੱਲੇ ਤੱਕ ਵਜ਼ੀਰਾਂ ਨੂੰ ਮੈਸੇਜ ਆ ਰਹੇ ਨੇ ਕਿ ਜੀ ਜਰਾ ਤੁਸੀਂ ਸੋਚ ਕੇ ਬਿਆਨ ਦਿਓ, ਤੁਹਾਨੂੰ ਇਹ ਭੁਗਤਣੇ ਵੀ ਪੈ ਸਕਦੇ ਨੇ। ਮੈਨੂੰ ਕੱਲ ਇੱਕ ਵਜ਼ੀਰ ਕਹਿ ਰਿਹਾ ਸੀ, ਕਹਿੰਦਾ ਜੀ ਸਾਨੂੰ ਲੱਗਦਾ ਕਿ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਆਪਣੀ ਡਿਊਟੀ ਪੂਰੀ ਨਾ ਕਰ ਸਕੇ ਸੜਕਾਂ ਔਰ ਰੇਲਾਂ ਨੂੰ ਚਲਾਉਣ ਵਾਲੀ, ਇਹ ਰਸਤੇ ਖੁੱਲੇ ਰੱਖਣ ਵਾਲੀ, ਤੁਹਾਡੇ ਤੇ ਕੱਲ ਨੂੰ ਇੱਥੇ ਪ੍ਰੈਜ਼ੀਡੈਂਟ ਰੂਲ ਵੀ ਲੱਗ ਸਕਦਾ, ਤੁਹਾਡੀਆਂ ਗਵਰਨਮੈਂਟਾਂ ਵੀ ਡਿਸਮਿਸ ਹੋ ਸਕਦੀਆਂ। ਕਹਿੰਦਾ ਇਹੋ ਜਿਹੇ ਮੈਸੇਜ ਵੀ ਆ ਰਹੇ ਨੇ। ਮੈਂ ਸਮਝਦਾ ਕਿ ਜੇ ਗਵਰਨਮੈਂਟ ਆਫ ਇੰਡੀਆ ਦਾ ਵਤੀਰਾ ਇਹੋ ਜਿਹਾ ਰਹਿੰਦਾ ਹੈਗਾ ਤੇ ਇਹ ਸੂਬਿਆਂ ਦੀ ਸ਼ਾਂਤੀ ਆਉਣ ਵਾਲੇ ਦਿਨਾਂ 'ਚ ਭੰਗ ਹੋ ਸਕਦੀ ਹੈ। ਤੇ ਜਿਸ ਢੰਗ ਦੇ ਨਾਲ ਭਾਰਤ ਸਰਕਾਰ ਚੱਲ ਰਹੀ ਹੈ ਉਹਦੇ ਤੋਂ ਇੱਕ ਇਹ ਮੈਸੇਜ ਕਿਸਾਨਾਂ 'ਚ ਜਾਣਾ ਸ਼ੁਰੂ ਹੋ ਗਿਆ ਹੈ ਕਿ ਬੀਜੇਪੀ ਉਹਨਾਂ ਲਈ ਕੋਈ ਠੀਕ ਸੋਚ ਨਹੀਂ ਰੱਖਦੀ। ਕਿ ਅੱਜ ਦੀ ਡੇਟ 'ਚ ਭਾਜਪਾ ਹਿੰਦੁਸਤਾਨ ਦੀ ਸਰਕਾਰ ਤੇ ਕਾਬਜ਼ ਹੋ ਕੇ ਕਿਸਾਨਾਂ ਨਾਲ ਆਪਣੀ ਖਿੜ ਕੱਢਣਾ ਚਾਹੁੰਦੀ ਹੈ ਕਿ ਪਿਛਲੇ 2-3 ਹਫ਼ਤਿਆਂ ਦੇ ਉੱਤੋਂ ਸੜਕਾਂ ਬੰਦ ਹੈ, ਰੇਲ ਬੰਦ ਹੈ, ਜਿਹੜੇ ਥਰਮਲ ਪਲਾਂਟ ਹੈ ਉਹ ਬੰਦ ਹੋਣ ਦੇ ਕਿਨਾਰੇ ਤੇ ਪਹੁੰਚੇ ਹੋਏ ਹੈ ਕਿਉਂਕਿ ਕੋਲ ਦੀ ਸਪਲਾਈ ਜਿਹੜੀ ਰੇਲ ਦੇ ਜ਼ਰੀਏ ਆ ਨਹੀਂ ਸਕਦੀ। ਦੂਜੇ ਪਾਸੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਮਾਲ ਜਿਹੜਾ ਬਾਹਰ ਐਕਸਪੋਰਟ ਹੁੰਦਾ ਹੈ ਉਹ ਇੱਥੇ ਅੜਿਆ ਹੋਇਆ ਹੈ। ਸਾਰੀ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਹੈ ਇਸੇ ਕਰਕੇ ਹਿਲ ਗਈ ਹੈ। ਮੋਦੀ ਸਰਕਾਰ ਦੀ ਕਾਰਜਸ਼ੈਲੀ ਦੇ ਉੱਤੇ ਵੀ ਬੜੀ ਭਾਰੀ ਟਿੱਪਣੀ ਹੈ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਤਾਂ ਉਸ ਵੇਲੇ ਤੁਹਾਡਾ ਵਜ਼ੀਰ ਜਿਹੜਾ ਹੈ ਉਹ ਆਪਣੇ ਪ੍ਰੋਪੇਗੈਂਡਾ ਤੇ ਲੱਗੇ ਹੋਏ ਹੈ। ਉਹ ਕਹਿੰਦੇ ਜੀ ਐਗਰੀਕਲਚਰ ਮਿਨਿਸਟਰ ਜਿਹੜਾ ਹੈ ਉਹ ਵਰਚੁਅਲ ਕਾਨਫਰੰਸ ਕਰ ਰਿਹਾ ਪੰਜਾਬ ਦੇ ਕਿਸਾਨਾਂ ਨੂੰ, ਉਹਦੇ ਤੇ ਇਹ ਆਪਣੇ ਵੀਡੀਓ ਕਾਲਿੰਗ ਦੇ ਉੱਤੇ ਐਡਰੈਸ ਕਰ ਰਿਹਾ। ਮੁੱਦਾ ਇਹੀ ਹੈ, ਲੇਕਿਨ ਜਿਹੜੇ ਬੰਦੇ ਉਹਨੂੰ ਰੈਪਰੈਜ਼ੈਂਟ ਕਰਦੇ ਕਿਸਾਨਾਂ ਨੂੰ, ਉਹਨਾਂ ਨੂੰ ਐਡਰੈਸ ਕਰਨ ਦੀ ਲੋੜ ਨਹੀਂ ਹੈ। ਦੇਖੋ, ਪੰਜਾਬ ਸਰਕਾਰ ਤੇ ਇੰਨਾ ਹੀ ਕੰਮ ਕਰ ਸਕਦੀ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਲਈ ਕੜਮੱਸ ਪੈਦਾ ਕਰ ਸਕਦੇ ਨੇ ਕਿ ਉਹ ਇੱਥੇ ਆ ਕੇ ਪਰਚੇਜ਼ ਨਾ ਕਰਨ। ਕਿ ਜਦੋਂ ਤੱਕ ਭਾਰਤ ਸਰਕਾਰ ਆਪਣੇ ਇਹ ਬਿੱਲ ਵਾਪਸ ਲੈ ਕੇ ਇਹ ਫੈਸਲਾ ਨਹੀਂ ਕਰਦੀ, ਕਿਸਾਨ ਨੂੰ ਐਮਐਸਪੀ ਦੇਣ ਦੀ ਗਰੰਟੀ ਨਹੀਂ ਕਰਦੀ ਔਰ ਮਾਰਕੀਟਿੰਗ ਸਿਸਟਮ ਜਿਹੜਾ ਹੈ ਉਹਨੂੰ ਕਾਇਮ ਰੱਖਣ ਦੀ ਗਰੰਟੀ ਨਹੀਂ ਦਿੰਦੇ, ਉਦੋਂ ਤੱਕ ਕਿਸਾਨ ਦਾ ਕੋਈ ਭਲਾ ਹੋਣ ਵਾਲਾ ਨਹੀਂ, ਕਿਸਾਨ ਨੂੰ ਕੋਈ ਫਾਇਦਾ ਮਿਲਣ ਵਾਲਾ ਨਹੀਂ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਜਿਹੜੇ ਅਹਿਮ ਤੇ ਵੱਡੇ ਮੁੱਦੇ ਤੇ ਚਰਚਾ ਕਰ ਰਹੇ ਹਾਂ। ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ 'ਚ ਮੀਟਿੰਗ ਕਰਕੇ ਜਿਹੜਾ ਵੱਡਾ ਫੈਸਲਾ ਲਿਆ ਕਿ 20 ਅਕਤੂਬਰ ਤੱਕ ਕਿਸਾਨ ਅੰਦੋਲਨ ਇਸੇ ਤਰੀਕੇ ਨਾਲ ਜਾਰੀ ਰਹੇਗਾ। ਇਦਾਂ ਹੀ ਰੇਲਵੇ ਟਰੈਕ ਤੇ ਧਰਨੇ ਰਹਿਣਗੇ, ਸੜਕਾਂ ਰੋਕੀਆਂ ਜਾਣਗੀਆਂ। ਇਸ ਤੋਂ ਵੀ ਵੱਡੀ ਗੱਲ, ਭਾਜਪਾ ਦੇ ਜਿਹੜੇ ਆਗੂ ਆ, ਚਾਹੇ ਕੇਂਦਰ ਦੇ ਆ ਜਾਂ ਪੰਜਾਬ ਦੇ ਆ, ਉਹਨਾਂ ਆਗੂਆਂ ਦੇ ਪੰਜਾਬ 'ਚ ਘਿਰਾਓ ਕੀਤੇ ਜਾਣਗੇ। ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵੇਲੇ ਉੱਠ ਰਿਹਾ ਹੈ ਉਹ ਭਾਰਤੀ ਜਨਤਾ ਪਾਰਟੀ ਉੱਤੇ। ਜੇ ਮੈਂ ਕਹਾਂ ਕਿ ਪੰਜਾਬ ਦੀ ਰਾਜਸੀ ਸਥਿਤੀ ਦੇ ਅੰਦਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਬਿਲਕੁਲ ਅਲੱਗ-ਥਲੱਗ ਪੈਂਦੀ ਨਜ਼ਰ ਆ ਰਹੀ ਹੈ। ਬੇਸ਼ੱਕ ਦੋਸ਼ ਪ੍ਰਤੀ ਦੋਸ਼ ਇੱਕ ਦੂਜੇ ਤੇ ਲੱਗਦੇ ਰਹਿਣ। ਜਿਸ ਤਰੀਕੇ ਨਾਲ ਕੇਂਦਰ ਨੇ ਕੱਲ੍ਹ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਦਿੱਲੀ 'ਚ ਵਤੀਰਾ ਅਪਣਾਇਆ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਕਿ ਦਿੱਲੀ 'ਚ ਬੁਲਾ ਕੇ ਸਾਡਾ ਅਪਮਾਨ ਕੀਤਾ ਗਿਆ। ਇਹਨਾਂ ਮੁੱਦਿਆਂ ਤੇ ਉਹ ਬਹੁਤ ਜ਼ਿਆਦਾ ਖਫਾ ਨੇ। ਇਸ ਦੇ ਵਿਰੁੱਧ ਰੋਸ ਪ੍ਰਗਟਾਵੇ ਦੇ ਲਈ 17 ਅਕਤੂਬਰ ਨੂੰ ਪੰਜਾਬ ਦੇ ਅੰਦਰ ਪੂਰੇ ਪੰਜਾਬ ਭਰ 'ਚ ਰੋਸ ਮਾਰਚ ਕੀਤੇ ਜਾਣਗੇ। ਇਸੇ ਨਾਲ ਹੀ ਦੂਜਾ ਜੁੜਿਆ ਇੱਕ ਅਹਿਮ ਮੁੱਦਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਖਾਸ ਸੈਸ਼ਨ ਬੁਲਾ ਕੇ ਜਿਹੜੇ ਕੇਂਦਰ ਨੇ ਨਵੇਂ ਕਾਨੂੰਨ ਬਣਾਏ ਹੈ ਉਹਨਾਂ ਨੂੰ ਰੱਦ ਕੀਤਾ ਜਾਏਗਾ ਜਾਂ ਉਹਨਾਂ ਦਾ ਬਦਲ ਲਿਆਂਦਾ ਜਾਏਗਾ। 19 ਅਕਤੂਬਰ ਨੂੰ ਹੋ ਰਿਹਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਪ੍ਰਵਾਨਤਾ ਕਰ ਲਿਆ, ਪਰ ਦੇਖਿਆ ਜਾਏਗਾ ਕਿ 19 ਅਕਤੂਬਰ ਨੂੰ ਕੀ ਫੈਸਲੇ ਲਏ ਜਾਂਦੇ ਹੈ। ਕੇਵਲ ਕਿਸਾਨ ਜਥੇਬੰਦੀਆਂ ਨਹੀਂ, ਸਮੁੱਚਾ ਪੰਜਾਬ ਵੀ ਇਸ ਸੈਸ਼ਨ ਨੂੰ ਦੇਖੇਗਾ ਕਿ ਕੀ ਇਹ ਸੈਸ਼ਨ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨਾਂ ਵੱਲੋਂ, ਪੰਜਾਬ ਵੱਲੋਂ ਜਿਹੜੇ ਮੁੱਦਿਆਂ ਤੇ ਲੜਾਈ ਲੜੀ ਜਾ ਰਹੀ ਹੈ ਉਹਨਾਂ ਮੁੱਦਿਆਂ ਲਈ ਸਾਡੀਆਂ ਰਾਜਸੀ ਪਾਰਟੀਆਂ ਕਿੰਨੀਆਂ ਕਿ ਸੰਜੀਦਾ ਨੇ ਜਾਂ ਜਿੰਦਾਬਾਦ ਕਰਕੇ ਹਮੇਸ਼ਾ ਦੀ ਤਰ੍ਹਾਂ ਆਪਣੀ ਲਵਾ ਕੇ ਸਦਨ ਤੋਂ ਬਾਹਰ ਆ ਜਾਣਗੀਆਂ। ਜਿੱਦਾਂ ਪੰਜਾਬੀ 'ਚ ਕਿਹਾ ਜਾਂਦਾ ਕਿ ਸਿਆਣਿਆਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਜਾਣੀ ਕਿ ਕਿਸਾਨਾਂ ਦੀ ਹਮਾਇਤ ਵੀ ਤੇ ਕਿਸਾਨਾਂ ਦੀ ਝੋਲੀ 'ਚ ਵੀ ਕੁਝ ਨਹੀਂ ਪਾਇਆ। ਇਹਨਾਂ ਸਾਰੇ ਮੁੱਦਿਆਂ ਦੇ ਪੈਨਲ 'ਚ ਮੇਰੇ ਨਾਲ ਸਾਡੇ ਇਸ ਖਿੱਤੇ ਦੇ ਕਦਾਵਰ ਜਰਨਲਿਸਟ ਹਰਕੰਵਲਜੀਤ ਸਿੰਘ,
ਪੰਜਾਬੀ ਦੀ ਵੱਡੀ ਅਖਬਾਰ ਦੇ ਬਿਊਰੋ ਚੀਫ ਨੇ। ਇਸ ਪ੍ਰਾਸ਼ਾ ਜੀ ਚੰਡੀਗੜ੍ਹ ਦੀ ਅੰਗਰੇਜ਼ੀ ਅਖਬਾਰ ਦੇ ਸੰਪਾਦਕ ਨੇ। ਗੁਰਪ੍ਰੀਤ ਸਿੰਘ ਚਾਵਲਾ ਗੁਰਦਾਸਪੁਰ ਤੋਂ, ਮਾਝੇ ਦੇ ਸਾਡੇ ਸੀਨੀਅਰ ਜਰਨਲਿਸਟ। ਤਿੰਨੇ ਮਹਿਮਾਨਾਂ ਨੂੰ, ਸੀਨੀਅਰ ਜਰਨਲਿਸਟਾਂ ਨੂੰ, ਕਦਾਵਾਰ ਪੱਤਰਕਾਰਾਂ ਨੂੰ ਚੈਨਲ ਤੇ ਆਉਣ ਲਈ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜੇ ਹੈ, ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ ਜੋ ਪਦੇ ਚ ਮੌਜੂਦਾ ਸਥਿਤੀ ਪੈਦਾ ਹੋਈ ਹੈ, ਖਾਸ ਤੌਰ ਤੇ ਕੱਲ ਦਿੱਲੀ ਦੀ ਜਿਹੜੀ ਮੀਟਿੰਗ ਚ ਕਿਸਾਨਾਂ ਦੇ ਨਾਲ ਜੋ ਵਤੀਰਾ ਅਪਣਾਇਆ ਗਿਆ, ਉਸ ਤੋਂ ਬਾਅਦ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਮੁਸ਼ਕਲਾਂ ਬਹੁਤ ਵੱਧ ਨਜ਼ਰ ਆ ਰਹੀਆਂ। ਰਾਜਸੀ ਤੌਰ ਤੇ ਲੱਗ ਥਲੱਗ ਪੈਂਦੀ ਨਜ਼ਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ। ਹਰਕਮਲ ਜੀ, ਇਹ ਸਾਰੇ ਵਰਤਾਰੇ ਨੂੰ ਕਿਸਾਨ ਮੁੱਦਿਆਂ ਤੇ ਜੋੜ ਕੇ ਕਿਵੇਂ ਦੇਖ ਰਹੇ ਹੋ? ਜਗਤਾਰ ਜੀ, ਮੈਂ ਬੜਾ ਹੈਰਾਨ ਹਾਂ ਜਿਸ ਢੰਗ ਦੇ ਨਾਲ ਕੱਲ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਵਿਵਹਾਰ ਕੀਤਾ ਹੈ। ਇੱਕ ਏਡੇ ਵੱਡੇ ਮੁਲਕ ਦੀ ਸਰਕਾਰ ਹੋਵੇ ਔਰ ਇੱਕ ਗੱਲ ਕਹਿ ਕੇ, ਇੱਕ ਭਰੋਸਾ ਦੇ ਕੇ ਕਿਸਾਨਾਂ ਨੂੰ, ਔਰ ਉਹ ਮੁੱਕਰ ਜਾਣ, ਉੱਥੇ ਸੈਂਟਰਲ ਵਜ਼ੀਰ ਕੋਈ ਮੀਟਿੰਗ ਲਈ ਹਾਜ਼ਰ ਹੀ ਨਾ ਹੋਵੇ ਆ ਕੇ, ਇਹ ਬੜੀ ਹੈਰਾਨੀਕੁਨ ਗੱਲ ਸੀ। ਕੱਲ ਮੈਨੂੰ ਖਿਆਲ ਆ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਕਹਿੰਦਾ ਹੁੰਦਾ ਸੀ ਕਿ ਇਟਸ ਅ ਪਾਰਟੀ ਆਫ ਪੈਟੀ ਸ਼ਾਪਕੀਪਰਸ, ਤੁਸੀਂ ਇਹਨਾਂ ਤੇ ਕੋਈ ਬਹੁਤਾ ਇਤਬਾਰ ਨਹੀਂ ਕਰ ਸਕਦੇ। ਔਰ ਕੱਲ ਮੈਨੂੰ ਇਹ ਗੱਲ ਨਜ਼ਰ ਆਈ ਵੀ ਇਹ ਬੀਜੇਪੀ ਦਾ ਵਿਵਹਾਰ ਇਹੋ ਜਿਹਾ ਹੀ ਹੈ। ਜੇ ਤੁਸੀਂ ਇੱਕ ਇਹੋ ਜਿਹੇ ਸੰਜੀਦਾ ਮੁੱਦੇ ਦੇ ਉੱਤੇ, ਸੀਰੀਅਸ ਮੁੱਦੇ ਦੇ ਉੱਤੇ ਤੁਸੀਂ ਇਹੋ ਜਿਹਾ ਤੌਰ ਤਰੀਕੇ ਅਪਣਾ ਸਕਦੇ ਹੋ ਕਿ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਲਈ ਲਿਖਤੀ ਤੌਰ ਤੇ ਤੁਸੀਂ ਇਨਵੀਟੇਸ਼ਨ ਭੇਜਿਆ ਉਹਨਾਂ ਨੂੰ, ਔਰ ਫਿਰ ਤੁਸੀਂ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰੋ, ਉੱਥੇ ਕੋਈ ਵਜ਼ੀਰ ਮੀਟਿੰਗ ਲਈ ਹਾਜ਼ਰ ਨਾ ਹੋਵੇ, ਬੜੀ ਆਪਣੇ ਆਪ 'ਚ ਇੱਕ ਬੜੀ ਅਣਹੋਣੀ ਜੀ ਗੱਲ ਸੀ। ਲੇਕਿਨ ਮੈਂ ਮਹਿਸੂਸ ਕਰਨਾ ਕਿ ਜਿਸ ਢੰਗ ਦੇ ਨਾਲ ਭਾਰਤ ਸਰਕਾਰ ਚੱਲ ਰਹੀ ਹੈ, ਉਹਦੇ ਤੋਂ ਇੱਕ ਇਹ ਮੈਸੇਜ ਕਿਸਾਨਾਂ 'ਚ ਜਾਣਾ ਸ਼ੁਰੂ ਹੋ ਗਿਆ ਹੈ ਕਿ ਬੀਜੇਪੀ ਉਹਨਾਂ ਲਈ ਕੋਈ ਠੀਕ ਸੋਚ ਨਹੀਂ ਰੱਖਦੀ, ਜਾਂ ਤੇ ਉਹ ਕਿਸਾਨ ਦੇ ਉਲਟ ਰਹੇ ਨੇ, ਜੋ ਕਿ ਕਿਸਾਨੀ ਨਾਲ ਪਹਿਲਾਂ ਵੀ ਭਾਜਪਾ ਦਾ ਕੋਈ ਬਹੁਤਾ ਲੰਬਾ ਚੌੜਾ ਵਾਸਤਾ ਕਦੇ ਵੀ ਨਹੀਂ ਸੀ ਹੈਗਾ। ਕਿਸਾਨ ਕਦੀ ਭਾਜਪਾ ਦੇ ਸਮਰਥਕ ਵੀ ਬਹੁਤੇ ਨਹੀਂ ਰਹੇ ਹੈਗੇ। ਕਿ ਅੱਜ ਦੀ ਡੇਟ 'ਚ ਭਾਜਪਾ ਹਿੰਦੁਸਤਾਨ ਦੀ ਸਰਕਾਰ ਤੇ ਕਾਬਜ਼ ਹੋ ਕੇ ਕਿਸਾਨਾਂ ਨਾਲ ਆਪਣੀ ਕਿੜ ਕੱਢਣਾ ਚਾਹੁੰਦੀ ਹੈ, ਉਹਦਾ ਕੀ ਕਾਰਨ ਹੈਗਾ ਤੇ ਪਤਾ ਨਹੀਂ ਹੈਗਾ। ਲੇਕਿਨ ਜਿਸ ਢੰਗ ਦੇ ਨਾਲ ਸੈਂਟਰਲ ਗਵਰਨਮੈਂਟ ਕਿਸਾਨਾਂ ਦੇ ਨਾਲ, ਖਾਸ ਕਰਕੇ ਨਾਰਥ ਇੰਡੀਆ ਦੇ ਕਿਸਾਨ ਦੇ ਨਾਲ ਜਿਸ ਢੰਗ ਦੇ ਨਾਲ ਬਿਹੇਵ ਕਰ ਰਹੀ ਹੈ, ਉਹਦੀ ਆਸ ਨਹੀਂ ਇੱਕ ਸੈਂਟਰਲ ਗਵਰਨਮੈਂਟ ਤੋਂ ਰੱਖੀ ਜਾ ਸਕਦੀ। ਮੈਨੂੰ ਜੋ ਹੁਣ ਇੱਕ ਕੱਲ ਵਜ਼ੀਰ ਨੇ ਮੈਨੂੰ ਦੱਸਿਆ, ਬੜੇ ਸੀਨੀਅਰ ਵਜ਼ੀਰ ਨੇ ਪੰਜਾਬ ਦੇ ਨੇ, ਉਹ ਕਹਿੰਦੇ ਜੀ ਹਾਲਾਤ ਇਹ ਨੇ, ਜਿਹੜਾ ਵਜ਼ੀਰ ਵੀ ਬਹੁਤਾ ਖੁੱਲ ਕੇ ਕੇਂਦਰ ਸਰਕਾਰ ਦੇ ਖਿਲਾਫ ਬੋਲ ਰਿਹਾ ਹੈ ਅੱਜ ਦੀ ਡੇਟ 'ਚ, ਉਹਨਾਂ ਨੂੰ ਅੰਦਰੋਂ ਧਮਕੀਆਂ ਸੈਂਟਰਲ ਗਵਰਨਮੈਂਟ ਤੋਂ ਮੈਸੇਜ ਆਣੇ ਸ਼ੁਰੂ ਹੋ ਗਏ ਨੇ ਹੁਣ। ਉਹ ਕਹਿੰਦੇ ਸੀਐਮ ਤੋਂ ਲੈ ਕੇ ਥੱਲੇ ਤੱਕ ਵਜ਼ੀਰਾਂ ਨੂੰ ਮੈਸੇਜ ਆ ਰਹੇ ਨੇ ਕਿ ਜੀ ਜਰਾ ਤੁਸੀਂ ਸੋਚ ਕੇ ਬਿਆਨ ਦਿਓ, ਤੁਹਾਨੂੰ ਇਹ ਭੁਗਤਣੇ ਵੀ ਪੈ ਸਕਦੇ ਨੇ। ਸੋ ਜੇ ਗਵਰਨਮੈਂਟ ਆਫ ਇੰਡੀਆ ਇਸ ਹੱਦ ਤੱਕ ਬਦਲਾਖੋਰੀ ਤੇ ਉਤਰ ਆਈ ਹੈ ਕਿ ਤੁਸੀਂ ਵਜ਼ੀਰਾਂ ਨੂੰ ਧਮਕੀਆਂ ਦੇ ਰਹੇ ਹੋ, ਤੁਸੀਂ ਬਾਕੀ ਲੋਕਾਂ ਨੂੰ ਧਮਕੀਆਂ ਦੇ ਰਹੇ ਹੋ, ਮੈਨੂੰ ਲੱਗਦਾ ਕਿ ਇਹ ਕੋਈ ਬਹੁਤ ਚੰਗਾ ਵਰਤਾਰਾ ਨਹੀਂ ਹੈਗਾ ਦੇਸ਼ ਲਈ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਔਰ ਜਿਹੜਾ ਇਹ ਸਾਡਾ ਪੰਜਾਬ ਦਾ ਸੂਬਾ ਹੈ ਜਿਹੜਾ ਕਿ ਮੋਸਟ ਇਫੈਕਟਡ ਹੋਏਗਾ, ਕਿ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਗਏ ਨੇ ਜਾਂ ਹਰਿਆਣੇ ਦੇ ਉੱਤੇ ਇਹਦਾ ਕਾਫੀ ਅਸਰ ਪੈ ਸਕਦਾ ਹੈ, ਕਿ ਜਿਹੜੇ 2-3 ਸੂਬੇ ਨੇ ਜਿਹੜੇ ਬਹੁਤੇ ਇਫੈਕਟਡ ਨੇ। ਮੈਂ ਸਮਝਦਾ ਕਿ ਜੇ ਗਵਰਨਮੈਂਟ ਆਫ ਇੰਡੀਆ ਦਾ ਵਤੀਰਾ ਇਹੋ ਜਿਹਾ ਰਹਿੰਦਾ ਹੈਗਾ ਤੇ ਇਹ ਸੂਬਿਆਂ ਦੀ ਸ਼ਾਂਤੀ ਆਉਣ ਵਾਲੇ ਦਿਨਾਂ 'ਚ ਭੰਗ ਹੋ ਸਕਦੀ ਹੈ। ਕਿਸਾਨ ਫਰਸਟ੍ਰੇਟ ਹੋ ਕੇ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰ ਸਕਦਾ ਹੈ। ਔਰ ਮੈਂ ਇਹ ਸਮਝਦਾ ਕਿ ਚੂੰਕਿ ਪੰਜਾਬ ਇੱਕ ਸਰਹੱਦੀ ਸੂਬਾ ਹੈਗਾ, ਪੰਜਾਬ ਤੋਂ ਸਪਲਾਈ ਲਾਈਨ ਜਾਂਦੀ ਹੈਗੀ ਹੈ, ਸਾਡੇ ਹੋਰ ਬਹੁਤ ਸਾਰੀਆਂ ਸਰਹੱਦਾਂ ਨੂੰ ਜਾਂਦੀ ਹੈਗੀ ਹੈ। ਕਸ਼ਮੀਰ ਦੀ ਸਾਰੀ ਸਪਲਾਈ ਲਾਈਨ ਪੰਜਾਬ 'ਚੋਂ ਹੋ ਕੇ ਜਾਂਦੀ ਹੈ। ਈਵਨ ਲਦਾਖ ਜਾਂ ਚਾਈਨਾ ਬਾਰਡਰ ਤੇ ਵੀ ਬਹੁਤ ਸਾਰੀ ਸਪਲਾਈ ਲਾਈਨ ਸਾਡੀ ਇੱਧਰੋਂ ਜਾ ਰਹੀ ਹੈ। ਇਹ ਅਲਟੀਮੇਟਲੀ ਉਹਦੇ ਤੇ ਵੀ ਅਸਰ ਪਏਗਾ। ਕਿਸਾਨਾਂ ਨੇ ਜਿਸ ਢੰਗ ਦੇ ਨਾਲ ਟ੍ਰੇਨਸ ਰੋਕੀਆਂ ਹੋਈਆਂ, ਗੱਡੀਆਂ ਰੋਕੀਆਂ ਹੋਈਆਂ ਨੇ, ਕੱਲ ਨੂੰ ਸੜਕੀ ਰੂਟ ਵੀ ਜਿਹੜੇ ਨੇ ਉਹਨਾਂ ਤੇ ਵੀ ਪ੍ਰੋਬਲਮਸ ਆ ਸਕਦੀਆਂ। ਗਵਰਨਮੈਂਟ ਆਫ ਇੰਡੀਆ ਨੂੰ ਇਸ ਗੱਲ ਨੂੰ ਸੀਰੀਅਸ ਹੋ ਕੇ ਸੋਚਣਾ ਚਾਹੀਦਾ, ਸੀਰੀਅਸਲੀ ਲੈਣਾ ਚਾਹੀਦਾ। ਜੇ ਗਵਰਨਮੈਂਟ ਆਫ ਇੰਡੀਆ ਸੋਚੇ ਕਿ ਉਹ ਸਿਰਫ ਸਟੇਟ ਗਵਰਨਮੈਂਟਾਂ ਜਿਹੜੀਆਂ ਨੇ ਉਹਨਾਂ ਨੂੰ ਧਮਕੀਆਂ ਦੇਣ 'ਚ ਲੱਗੀ ਰਹੇ ਕਿ ਜੇ ਤੁਸੀਂ ਆਪਣੇ ਰਸਤੇ ਨਾ ਖੁੱਲੇ ਰੱਖ ਸਕੇ, ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਪੂਰੀ ਨਾ ਕਰ ਸਕੇ
ਕਿ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਮੈਨੂੰ ਕੱਲ ਇੱਕ ਵਜ਼ੀਰ ਕਹਿ ਰਿਹਾ ਸੀ, ਕਹਿੰਦਾ ਜੀ ਸਾਨੂੰ ਲੱਗਦਾ ਕਿ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਆਪਣੀ ਡਿਊਟੀ ਪੂਰੀ ਨਾ ਕਰ ਸਕੇ ਸੜਕਾਂ ਔਰ ਰੇਲਾਂ ਨੂੰ ਚਲਾਉਣ ਵਾਲੀ, ਇਹ ਰਸਤੇ ਖੁੱਲ੍ਹੇ ਰੱਖਣ ਵਾਲੀ, ਤੁਹਾਡੇ ਤੇ ਕੱਲ ਨੂੰ ਇੱਥੇ ਪ੍ਰੈਜ਼ੀਡੈਂਟ ਰੂਲ ਵੀ ਲੱਗ ਸਕਦਾ, ਤੁਹਾਡੀਆਂ ਗਵਰਨਮੈਂਟਾਂ ਵੀ ਡਿਸਮਿਸ ਹੋ ਸਕਦੀਆਂ। ਕਹਿੰਦਾ ਇਹੋ ਜਿਹੇ ਮੈਸੇਜ ਵੀ ਆ ਰਹੇ ਨੇ। ਸੋ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ। ਜੇ ਇਸ ਢੰਗ ਦੇ ਨਾਲ, ਜੇ ਇਸ ਢੰਗ, ਦੇਖੋ ਜਿਹੜੀ ਗੱਲਬਾਤ ਅੰਗਰੇਜ਼ਾਂ ਦੀ ਸਰਕਾਰ ਜਿਨ੍ਹਾਂ ਨੇ ਹਿੰਦੁਸਤਾਨ ਦੇ ਉੱਤੇ ਇੰਨਾ ਰਾਜ ਕੀਤਾ, ਹਿੰਦੁਸਤਾਨੀਆਂ ਨੇ ਉਹਨਾਂ ਤੋਂ ਆਜ਼ਾਦੀ ਵੀ ਲਈ, ਉਹਨਾਂ ਦੇ ਖਿਲਾਫ ਅੰਦੋਲਨ ਵੀ ਲੜੇ, ਸਭ ਕੁਝ ਹੋਇਆ, ਵਾਇਲੈਂਸ ਵੀ ਹੋਈ, ਲੇਕਿਨ ਉਹਨਾਂ ਨੇ ਗੱਲਬਾਤ ਦਾ ਦਰਵਾਜ਼ਾ ਕਦੀ ਬੰਦ ਨਹੀਂ ਕੀਤਾ, ਅਖੀਰ ਤੱਕ ਗੱਲਬਾਤ ਹੁੰਦੀ ਰਹੀ। ਲੇਕਿਨ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇਹ ਐਟੀਟਿਊਡ ਹੈਗਾ ਵੀ ਗੱਲਬਾਤ ਵੀ ਨਹੀਂ ਕਰਨੀ, ਕਿਸੇ ਦੀ ਗੱਲ ਸੁਣਨੀ ਵੀ ਨਹੀਂ, ਔਰ ਸਿਰਫ ਇਹ ਮੈਸੇਜ ਦੇਣਾ ਕਿ ਜੋ ਅਸੀਂ ਕੀਤਾ ਠੀਕ ਕੀਤਾ, ਜੋ ਸਾਡਾ ਫੈਸਲਾ ਹੈ ਉਹ ਠੀਕ ਹੈਗਾ, ਸਾਡੇ ਜਿਹੜੇ ਬਿੱਲ ਨੇ ਉਹ ਬਹੁਤ ਦੇਸ਼ ਦੇ ਹੱਕ 'ਚ ਨੇ ਔਰ ਤੁਸੀਂ ਇਹਨਾਂ ਨੂੰ ਮੰਨੋ। ਜਿਹੜਾ ਨਹੀਂ ਮੰਨੇਗਾ ਉਹਦੀ ਅਸੀਂ ਗੱਲ ਸੁਣਨ ਨੂੰ ਤਿਆਰ ਨਹੀਂ, ਅਸੀਂ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਮੇਰਾ ਖਿਆਲ ਇਹ ਐਟੀਟਿਊਡ ਬੜਾ ਖਤਰਨਾਕ ਹੈ। ਇੱਕ ਜਿਹੜਾ ਡਿਕਟੇਟਰਾਨਾ ਕਿਸਮ ਦਾ ਹਿੰਦੁਸਤਾਨ ਦੇ ਵਿੱਚ ਸੋਚ ਆ ਰਹੀ ਹੈ ਔਰ ਇਹ ਐਟੀਟਿਊਡ ਹੈਗਾ, ਇਹ ਦੇਸ਼ ਲਈ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਹੈਗਾ। ਮੇਰੇ ਖਿਆਲ 'ਚ ਸਰਕਾਰਾਂ ਨੂੰ ਹਰ ਵਰਗ ਦੇ ਨਾਲ, ਹਰ ਕਿਸਮ ਦੇ ਕਿੱਤੇ ਦੇ ਲੋਕਾਂ ਦੇ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਨੇ। ਉਹਨਾਂ ਦਾ ਵਿਊ ਪੁਆਇੰਟ ਵੀ ਸਮਝਣਾ ਚਾਹੀਦਾ ਹੈ, ਉਹਨਾਂ ਨੂੰ ਆਪਣਾ ਵਿਊ ਪੁਆਇੰਟ ਵੀ ਸਮਝਾਉਣ ਦੀ ਲੋੜ ਜ਼ਰੂਰ ਰੱਖਣੀ ਚਾਹੀਦੀ ਹੈ। ਜਿਵੇਂ ਰਾਹੁਲ ਗਾਂਧੀ ਪੰਜਾਬ ਆਏ ਸੀ, ਉਹਨਾਂ ਨੇ ਬੜੀ ਮੇਰੇ ਖਿਆਲ ਸਿਆਣੀ ਗੱਲ ਕਹੀ। ਉਹਨਾਂ ਕਿਹਾ ਜੀ ਕਿ ਮੈਂ ਮਹਿਸੂਸ ਕਰਨਾ ਕਿ ਇਹ ਜਿਹੜਾ ਫੂਡ ਕਾਰਪੋਰੇਸ਼ਨ ਹੈ, ਇਹਦੇ ਕੰਮਕਾਜ 'ਚ ਕੋਈ ਖਾਮੀਆਂ ਹੋ ਸਕਦੀਆਂ, ਗਵਰਨਮੈਂਟ ਨੂੰ ਨੁਕਸਾਨ ਜੇ ਸਾਲ ਦਾ ਕੋਈ 25-30 ਕਰੋੜ ਦਾ ਹੋ ਰਿਹਾ ਹੈ, ਉਹ ਠੀਕ ਹੈ, ਨਹੀਂ ਹੋਣਾ ਚਾਹੀਦਾ, ਉਹ ਮਾੜੀ ਗੱਲ ਹੈ, ਉਹਦਾ ਕੋਈ ਰਸਤਾ ਕੱਢਣਾ ਚਾਹੀਦਾ ਹੈ। ਲੇਕਿਨ ਇਹ ਰਸਤਾ ਉਹਦਾ ਨਹੀਂ ਹੈਗਾ ਕਿ ਤੁਸੀਂ ਪੰਜਾਬ ਚੋਂ ਜਾਂ ਨਾਰਥ ਇੰਡੀਆ ਚੋਂ ਜਾਂ ਹਿੰਦੁਸਤਾਨ ਚੋਂ ਮਾਰਕੀਟਿੰਗ ਸਿਸਟਮ ਹੀ ਖਤਮ ਕਰ ਦਿਓ, ਫੂਡ ਕਾਰਪੋਰੇਸ਼ਨ ਨੂੰ ਹੀ ਖਤਮ ਕਰ ਦਿਓ ਔਰ ਸਾਰਾ ਕੁਝ ਤੁਸੀਂ ਇਹ ਜਿਹੜਾ ਹੈ ਉਹਨੂੰ ਖਤਮ ਕਰਕੇ ਕਹੋ ਕਿ ਜੀ ਅਸੀਂ ਕੋਈ ਨਵਾਂ ਸਿਸਟਮ ਹੀ ਲੈ ਕੇ ਆ ਰਹੇ ਹਾਂ। ਮੇਰੇ ਖਿਆਲ ਇਹ ਬੜੀ ਗਲਤ ਸੋਚ ਹੋਏਗੀ। ਔਰ ਜਿਹੜੀ ਤੁਸੀਂ ਗੱਲ ਕੀਤੀ, ਜਿਵੇਂ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ 19 ਤਰੀਕ ਨੂੰ ਸਪੈਸ਼ਲ ਸੈਸ਼ਨ ਸੱਦ ਕੇ ਉਹ ਇੱਕ ਬਿੱਲ ਲੈ ਕੇ ਆ ਰਹੇ ਨੇ। ਮਿਸਿਸ ਗਾਂਧੀ ਨੇ ਉਹਨਾਂ ਨੂੰ ਇੱਕ ਬਿੱਲ ਵੀ ਇੱਕ ਦਿੱਤਾ ਹੈਗਾ ਜੀ। ਆਪਾਂ ਸੈਸ਼ਨ ਦੇ ਮੁੱਦੇ ਤੇ, ਮੇਰੀ ਬੇਨਤੀ ਹੈ, ਸੈਸ਼ਨ ਦੇ ਮੁੱਦੇ ਤੇ ਆਨੇ ਆ ਵਾਪਸ। ਪਹਿਲਾਂ ਜਿਹੜੀ ਅੱਜ ਦੀ ਮੀਟਿੰਗ ਹੁੰਦੀ ਹੈ, ਮੈਂ ਸਵਾਲ ਜਿਹੜਾ ਹੈਗਾ ਪ੍ਰਾਸ਼ੀ ਜੀ ਤੋਂ ਲੈਣਾ ਚਾਹੁੰਦਾ। ਵਾਪਸ ਆਵਾਂਗਾ ਹਰਕਮ ਜੀ ਤੁਹਾਡੇ ਵੱਲ ਇਸ ਮੁੱਦੇ ਤੇ। ਪ੍ਰਾਸ਼ੀ ਜੀ, ਜੋ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਹੈ, ਜਿੱਦਾਂ ਹਰਕਮਲ ਜੀ ਨੇ ਕਿਹਾ, ਮੈਂ ਵੀ ਸ਼ੁਰੂ ਚ ਕਮੈਂਟਸ ਕੀਤੇ ਹੈ ਕਿ ਜਿਹੜੀ ਕੱਲ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਕੀਤੀ ਗਈ ਹੈ, ਉਹਨਾਂ ਨੂੰ ਬੁਲਾਇਆ ਗਿਆ, ਕਿਸਾਨ ਜਥੇਬੰਦੀਆਂ ਦਾ ਕਹਿਣਾ, ਆਗੂਆਂ ਦਾ ਕਹਿਣਾ ਕਿ ਬੇਪਤ ਕੀਤਾ ਗਿਆ। ਹੁਣ ਜਿੱਦਾਂ ਦਾ ਅੰਦੋਲਨ ਤੇਜ਼ ਹੋ ਰਿਹਾ ਹੈ ਔਰ ਦੇ ਜਿਹੜੇ ਆਗੂ ਹੈ ਉਹਨਾਂ ਦੇ ਘਰਾਓ ਕਰਨ ਦੀ ਗੱਲ, ਪੰਜਾਬ 'ਚ ਨਾ ਵੜਨ ਦੀਆਂ ਗੱਲਾਂ ਜਿਹੜੀਆਂ ਕਹੀਆਂ ਜਾ ਰਹੀਆਂ, ਜਿਹੜੀ ਇਹ ਸਥਿਤੀ ਪੈਦਾ ਹੋਈ ਹੈ, ਭਾਜਪਾ ਬਿਲਕੁਲ ਲੱਗ ਪੈਂਦੀ ਨਜ਼ਰ ਆ ਰਹੀ ਹੈ। ਤੁਸੀਂ ਲੰਬੇ ਸਮੇਂ ਤੋਂ ਪੰਜਾਬ 'ਚ ਬਹੁਤ ਉਤਰਾਅ ਚੜ੍ਹਾਅ ਪ੍ਰਾਸ਼ੀ ਜੀ ਦੇਖਦੇ ਆ ਰਹੇ ਹੋ। ਜਿਹੜੀ ਇਹ ਸਥਿਤੀ ਹੈ ਇਹ ਵੀ ਕੋਈ ਘੱਟ ਗੰਭੀਰ ਨਹੀਂ ਹੈ। ਕੀ ਕਹੋਗੇ ਇਹਦੇ ਤੇ, ਇਸ ਮੁੱਦੇ ਤੇ ਜੋ ਕੇਂਦਰ ਦੀ ਵਜ੍ਹਾ ਕਰਕੇ ਪੈਦਾ ਹੋ ਰਹੀ ਲੱਗ ਰਹੀ ਹੈ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਨਾ, ਬੜਾ ਹੀ ਅਨਫੋਰਚੂਨੇਟ ਹੈ। ਔਰ ਜੇ ਆਪਾਂ ਇਹਨੂੰ ਸ਼ੁਰੂ ਤੋਂ ਐਗਜ਼ਾਮਿਨ ਕਰੀਏ ਤਾਂ ਮੋਦੀ ਸਰਕਾਰ ਦਾ ਕਿਸਾਨਾਂ ਪ੍ਰਤੀ ਤੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਜਿਹੜਾ ਰਵੱਈਆ ਹੈ ਉਹ ਬੜਾ ਹੀ ਮਨਫੀ ਰਿਹਾ ਹੈ, ਨਕਾਰਾਤਮਕ ਰਿਹਾ ਹੈ ਔਰ ਨੈਗੇਟਿਵ ਰਿਹਾ ਹੈ। ਪਹਿਲੇ ਤੁਸੀਂ ਇਹ ਦੇਖੋ ਕਿ ਇਸ ਇਸ਼ੂ ਦੇ ਉੱਤੇ ਜਿਹੜਾ ਕਿ ਇੰਨਾ ਸੰਵੇਦਨਸ਼ੀਲ ਹੈ ਔਰ ਸਾਰੇ ਹਿੰਦੁਸਤਾਨ ਦੀ ਖੇਤੀ ਦੇ ਨਾਲ ਜੁੜਿਆ ਹੋਇਆ, ਉਹਦੇ ਲਈ ਅਚਾਨਕ ਕੈਬਨਿਟ 'ਚ ਲਿਆ ਕੇ ਪਾਸ ਕਰਕੇ ਫਟਾਫਟ 3 ਆਰਡੀਨੈਂਸ ਜਾਰੀ ਕਰਤੇ ਕਿ ਵੀ ਇੰਨੀ ਵੀ ਵੇਟ ਨਹੀਂ ਕੀਤੀ ਕਿ ਕਮ ਸੇ ਕਮ ਕਿ ਪਾਰਲੀਮੈਂਟ ਦਾ ਸੈਸ਼ਨ ਮਹੀਨੇ 2 ਮਹੀਨੇ ਨੂੰ ਹੋਣ ਵਾਲਾ ਹੈ, ਉਹਦੇ ਵਿੱਚ ਲੈ ਕੇ ਆਵਾਂਗੇ, ਖੁੱਲ੍ਹੀ ਡਿਬੇਟ ਹੋਵੇਗੀ, ਲੋਕਾਂ ਦਾ ਇਸ ਦੇ ਉੱਤੇ ਜਿਹੜਾ ਵਿਚਾਰ ਹੈ ਪੁਆਇੰਟ ਕਾਊਂਟਰ ਪੁਆਇੰਟ ਆਏਗਾ, ਉਹਨੂੰ ਧਿਆਨ 'ਚ ਰੱਖ ਕੇ ਫਿਰ ਇਹਨੂੰ ਪਾਸ ਕੀਤਾ ਜਾਏ। ਲੇਕਿਨ ਨਹੀਂ, ਜੋ ਮੋਦੀ ਸਰਕਾਰ ਦੇ ਦਿਮਾਗ 'ਚ ਆ ਗਿਆ ਉਹਨਾਂ ਨੇ ਰਾਤੋਂ ਰਾਤ ਕਰਕੇ ਆਰਡੀਨੈਂਸ ਜਾਰੀ ਕਰਤੇ। ਔਰ ਜਿਸਲੇ ਇਹਦੇ ਉੱਤੇ ਕੋਈ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ, ਉਹਦੀ ਫੇਰ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਵਾਈਡਰ ਕੰਸਲਟੇਸ਼ਨ ਕੀਤੀ ਜਾਏ ਕਿਸਾਨ ਜਥੇਬੰਦੀਆਂ ਦਾ ਜਾਂ ਈਵਨ ਅਪੋਜ਼ਿੰਗ ਪੋਲੀਟੀਕਲ ਪਾਰਟੀਆਂ ਦਾ ਕੋਈ ਵਿਊ ਪੁਆਇੰਟ ਲਿਆ ਜਾਏ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਰਸ਼ ਸ਼ੁਰੂ ਕਰਤਾ। ਔਰ ਇਸ ਤੋਂ ਇਲਾਵਾ ਜਿਸਲੇ ਪੰਜਾਬ ਦੇ ਵਿੱਚ ਇਹੋ ਜਿਹੀ ਜਿਹੜੀ ਪ੍ਰਚੰਡ ਕਿਸਮ ਦੀ ਜਿਹੜੀ ਐਜੀਟੇਸ਼ਨ ਸ਼ੁਰੂ ਹੋਈ ਹੈ ਕਿ ਪਿਛਲੇ 2-3 ਹਫ਼ਤਿਆਂ ਦੇ ਉੱਤੋਂ ਸੜਕਾਂ ਬੰਦ ਹੈ, ਰੇਲ ਬੰਦ ਹੈ, ਜਿਹੜੇ ਥਰਮਲ ਪਲਾਂਟ ਹੈ ਉਹ ਬੰਦ ਹੋਣ ਦੇ ਕਿਨਾਰੇ 'ਤੇ ਪਹੁੰਚੇ ਹੋਏ ਹੈ
ਕਿਉਂਕਿ ਕੋਲ ਦੀ ਸਪਲਾਈ ਜਿਹੜੀ ਰੇਲ ਦੇ ਜ਼ਰੀਏ ਆ ਨਹੀਂ ਸਕਦੀ। ਦੂਜੇ ਪਾਸੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਮਾਲ ਜਿਹੜਾ ਬਾਹਰ ਐਕਸਪੋਰਟ ਹੁੰਦਾ ਹੈ ਉਹ ਇੱਥੇ ਅੜਿਆ ਹੋਇਆ ਹੈ। ਸਾਰੀ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਹੈ ਇਸੇ ਕਰਕੇ ਹਿਲ ਗਈ ਹੈ। ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਕਿਸਾਨਾਂ ਜਥੇਬੰਦੀਆਂ ਨੂੰ ਸੈਂਟਰ ਨੇ ਇੱਕ ਤਰ੍ਹਾਂ ਦੀਆਂ ਮਿੰਨਤਾਂ ਕਰਕੇ ਦਿੱਲੀ ਬੁਲਾਇਆ। ਗੱਲਬਾਤ ਕਰੋ, ਅਸੀਂ ਤੁਹਾਡੇ ਜਿੰਨੇ ਤੌਖਲੇ ਹੈਗੇ ਹੈ, ਜਿੰਨੀਆਂ ਗਲਤ ਫਹਿਮੀਆਂ, ਜੋ ਵੀ ਤੁਹਾਡੇ ਕੁਐਸਚਨ ਹੈ ਉਹਨਾਂ ਦਾ ਜਵਾਬ ਦੇਵਾਂਗੇ। ਔਰ ਜਦੋਂ ਉਹ ਉੱਥੇ ਪਹੁੰਚੇ ਤਾਂ ਉੱਥੇ ਤੁਸੀਂ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਮਿਲਣ ਲਈ ਕੋਈ ਵਜ਼ੀਰ ਉਪਲਬਧ ਨਹੀਂ ਹੈ ਕਿ ਤੁਸੀਂ ਇੱਕ ਯੂਨੀਅਨ ਦੇ ਜਿਹੜਾ ਐਗਰੀਕਲਚਰ ਸੈਕਟਰੀ ਉਹਦੇ ਹਵਾਲੇ ਕਰਤਾ ਕਿ ਲੈ ਵੀ ਤੂੰ ਗੱਲ ਕਰਕੇ ਇਹਨਾਂ ਨੂੰ ਸਮਝਾ ਦੇ ਤੇ ਘਰ ਤੁਰ ਦੇਣਗੇ। ਉਹਨਾਂ ਦਾ ਮੈਂ ਸਮਝਦਾ ਜਿਹੜਾ ਗੁੱਸਾ ਹੈ, ਜਿਹੜਾ ਉੱਥੋਂ ਵਾਕਆਊਟ ਕੀਤਾ ਬਿਲਕੁਲ ਵਧੀਆ ਸਹੀ ਕੀਤਾ। ਦੂਜੇ ਹੀ ਮੋਦੀ ਦੂਜੀ ਹੀ ਮੈਂ ਆਪਣੀ ਇਹ ਗੱਲ ਇੱਕ ਪੁਆਇੰਟ ਮੈਂ ਪੂਰਾ ਕਰ ਲਾਂ ਕਿ ਦੂਜੇ ਹੀ ਹੈ ਮੋਦੀ ਸਰਕਾਰ ਦੀ ਕਾਰਜਸ਼ੈਲੀ ਦੇ ਉੱਤੇ ਵੀ ਬੜੀ ਭਾਰੀ ਟਿੱਪਣੀ ਹੈ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਤਾਂ ਉਸ ਵੇਲੇ ਤੁਹਾਡਾ ਵਜ਼ੀਰ ਜਿਹੜਾ ਹੈ ਉਹ ਆਪਣੇ ਪ੍ਰੋਪੇਗੈਂਡਾ 'ਤੇ ਲੱਗੇ ਹੋਏ ਹੈ। ਉਹ ਕਹਿੰਦੇ ਜੀ ਐਗਰੀਕਲਚਰ ਮਿਨਿਸਟਰ ਜਿਹੜਾ ਹੈ ਉਹ ਵਰਚੁਅਲ ਕਾਨਫਰੰਸ ਕਰ ਰਿਹਾ ਪੰਜਾਬ ਦੇ ਕਿਸਾਨਾਂ ਨੂੰ, ਉਹਦੇ 'ਤੇ ਇਹ ਆਪਣੇ ਵੀਡੀਓ ਕਾਲਿੰਗ ਦੇ ਉੱਤੇ ਐਡਰੈਸ ਕਰ ਰਿਹਾ। ਮੁੱਦਾ ਇਹੀ ਹੈ, ਲੇਕਿਨ ਜਿਹੜੇ ਬੰਦੇ ਉਹਨੂੰ ਰੈਪਰਜੈਂਟ ਕਰਦੇ ਕਿਸਾਨਾਂ ਨੂੰ, ਉਹਨਾਂ ਨੂੰ ਐਡਰੈਸ ਕਰਨ ਦੀ ਲੋੜ ਨਹੀਂ ਹੈ। ਉਹ ਆਪਣੇ ਵਰਕਰਾਂ ਨੂੰ ਹੀ ਜਿਹੜਾ ਲੈਕਚਰ ਪਿਲਾਈ ਜਾ ਰਿਹਾ ਹੈ। ਇਸ ਤੋਂ ਸ਼ੋਅ ਹੁੰਦਾ ਹੈ ਕਿ ਮੋਦੀ ਸਰਕਾਰ ਦੇ ਇਸ ਮੁੱਦੇ ਉੱਤੇ ਖੜੇ ਹੋਣ ਲਈ ਪੈਰ ਨਹੀਂ ਹੈ, ਕੋਈ ਉਹਨਾਂ ਦੀ ਸੋਲਿਡ ਗਰਾਊਂਡ ਨਹੀਂ ਹੈ। ਔਰ ਜੇ ਇਹਨਾਂ ਨੇ ਇਸ ਮੁੱਦੇ ਨੂੰ ਹੱਲ ਕਰਨਾ ਹੈ, ਅਗਰ ਉਹ ਚਾਹੁੰਦੇ ਹੈ ਕਿ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਕੋਈ ਇਹ ਵਿਗੜੇ ਨਾ ਔਰ ਕੋਈ ਸਮਾਨਿਆ ਹੋਣ ਦੇ ਵਿੱਚ ਰਾਹ ਦੇ ਵਿੱਚ ਤੁਰੇ, ਤਾਂ ਉਹਨਾਂ ਨੂੰ ਇਸ ਦੇ ਉੱਤੇ MSP, ਖਾਸ ਤੌਰ 'ਤੇ MSP ਦਾ ਜਿਹੜਾ ਮੁੱਦਾ ਹੈ ਸਭ ਤੋਂ ਵੱਡਾ, ਉਹਦੇ ਉੱਤੇ ਆਪਣਾ ਸਟੈਂਡ ਕਲੈਰੀਫਾਈ ਕਰਦੇ ਹੋਏ। ਔਰ ਜੇ ਉਹ ਕਹਿੰਦੇ ਇਹਨੂੰ ਕੋਈ ਖਤਰਾ ਨਹੀਂ ਤਾਂ ਨੋਟੀਫਿਕੇਸ਼ਨ ਜਾਰੀ ਕਰ, ਇਹਦੇ ਤੇ ਉਹ ਲੋਕਾਂ ਨੂੰ ਭਰੋਸਾ ਦੇਣ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਸੀਨੀਅਰ ਜਰਨਲਿਸਟ ਹਰਕਮਲ ਜੀ, ਪ੍ਰਾਸ਼ਾ ਜੀ, ਗੁਰਪ੍ਰੀਤ। ਕਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਅਪਣਾਇਆ ਵਤੀਰਾ, ਉਸ ਮੁੱਦੇ ਤੇ ਕਰਾਂਗੇ ਚਰਚਾ। ਚਾਵਲਾ ਜੀ, ਜਿਸ ਤਰੀਕੇ ਨਾਲ ਜੋ ਪ੍ਰਸਥਿਤੀਆਂ ਪੈਦਾ ਹੋਈਆਂ ਪੰਜਾਬ ਦੇ ਅੰਦਰ, ਖਾਸ ਤੌਰ ਤੇ ਜਦੋਂ ਕਿਸਾਨ ਜਥੇਬੰਦੀਆਂ ਦੇ ਨਾਲ ਦਿੱਲੀ 'ਚ ਕੇਂਦਰ ਦੀ ਸਰਕਾਰ ਨੇ ਜੋ ਵਤੀਰਾ ਅਪਣਾਇਆ, ਉਹਦੇ 'ਚ ਹਰਕਮਲ ਜੀ ਦੇ ਕਮੈਂਟਸ ਤੁਸੀਂ ਸੁਣੇ ਹੈ, ਰਾਸ਼ੀ ਦੇ ਕਮੈਂਟਸ ਤੁਸੀਂ ਸੁਣੇ ਹੈ। ਗੁਰਪ੍ਰੀਤ ਜੀ, ਮੈਂ ਖਾਸ ਤੌਰ ਤੇ ਕਿਉਂਕਿ ਤੁਸੀਂ ਫੀਲਡ ਦੇ ਵਿੱਚ ਵੀ ਬੈਠੇ ਹੋ, ਜੋ ਵਤੀਰਾ ਕੇਂਦਰ ਵੱਲੋਂ ਅਪਣਾਇਆ ਗਿਆ, ਕਿਸਾਨ ਜਥੇਬੰਦੀਆਂ ਤੇ ਕਿਸਾਨਾਂ 'ਚ ਕਿਹੋ ਜਿਹਾ ਗੁੱਸਾ ਜਾਂ ਕਿਹੋ ਜਿਹਾ ਮੂਡ ਇਸ ਵੇਲੇ ਨਜ਼ਰ ਆ ਰਿਹਾ ਹੈ? ਕਿਉਂਕਿ ਕੇਂਦਰ ਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਉਹ ਮੂਡ ਕਿਧਰੇ ਨਜ਼ਰ ਨਹੀਂ ਆ ਰਿਹਾ। ਹੋ ਸਕਦਾ ਕੋਈ ਆਪਾਂ ਮੈਸੇਜ ਪਹੁੰਚਾਉਣ ਦੇ 'ਚ ਵੀ ਕਾਮਯਾਬ ਹੋ ਜਾਈਏ। ਕਿਵੇਂ ਲੱਗਦਾ ਗੁਰਪ੍ਰੀਤ ਜੀ ਕਿਸਾਨਾਂ ਦਾ ਮੂਡ, ਕੇਂਦਰ ਨੇ ਜੋ ਰੁਖ ਅਪਣਾਇਆ ਪੰਜਾਬ ਦੇ ਪ੍ਰਤੀ ਔਰ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ? ਦੇਖੋ ਜਗਤਾਰ ਜੀ, ਕਿਸਾਨਾਂ ਦਾ ਕੱਲ ਦਾ ਜਿਹੜਾ ਰਿਐਕਸ਼ਨ ਸੀ ਉਹ ਇਹ ਸੀ ਕਿ ਮੀਟਿੰਗ ਬੇਸਿੱਟਾ ਰਹੀ। ਜਿਹੜੇ ਕਿਸਾਨ ਜਿਹੜੀ ਜਥੇਬੰਦੀਆਂ ਦੇ ਆਰਡਰਸ ਦੇ ਉੱਤੇ ਜਾਂ ਉਹਨਾਂ ਦੀ ਇੱਕ ਲਾਮਬੰਦ ਹੋ ਕੇ ਜਿਹੜੇ ਸੜਕਾਂ ਦੇ ਉੱਤੇ ਬੈਠੇ ਨੇ, ਜਿਹੜੇ ਟੋਲ ਪਲਾਜ਼ਾਸ ਤੇ ਬੈਠੇ ਨੇ ਜਾਂ ਰੇਲ ਰੋਕੋ ਅੰਦੋਲਨ ਦੇ ਵਿੱਚ ਸ਼ਾਮਲ ਨੇ, ਉਹਨਾਂ ਦਾ ਕਹਿਣਾ ਸੀ ਕਿ ਇਹ ਪਹਿਲਾਂ ਹੀ ਪਤਾ ਸੀ ਬੇਸਿੱਟਾ। ਇੱਕ ਵਾਰੀ ਪਹਿਲਾਂ ਮੀਟਿੰਗ ਦਾ ਸੱਦਾ ਆਇਆ ਤੇ ਨਹੀਂ ਗਈ ਕਿਸਾਨ ਜਥੇਬੰਦੀ। ਇਸ ਵਾਰ ਜਾਣਾ ਜ਼ਰੂਰੀ ਸੀ ਕਿਉਂਕਿ ਕੇਂਦਰ ਜਾਂ BJP ਦੇ ਲੀਡਰਸ ਆਪਣੀ ਇੱਕ ਹੋਂਦ ਬਣਾ ਰਹੇ ਸੀ, ਆਪਣੀ ਇੱਕ ਇਹ ਦੱਸਣਾ ਚਾਹ ਰਹੇ ਸੀ ਕਿ ਆਪਾਂ, ਲੇਕਿਨ ਕਿਸਾਨ ਪਿਆ ਉਹ ਚੀਜ਼ ਨੂੰ ਕੰਪੀਟ ਕਰਨ ਲਈ, ਉਹ ਚੀਜ਼ ਨੂੰ ਖਤਮ ਕਰਨ ਲਈ ਕਿਸਾਨ ਜਿਹੜੇ ਨੇ ਜਥੇਬੰਦੀ ਦੇ ਤੌਰ ਤੇ ਇੱਕ ਟੀਮ ਜਿਹੜੀ ਡੈਲੀਗੇਟ ਦੇ ਤੌਰ ਤੇ ਉੱਥੇ ਪਹੁੰਚੀ। ਉਹਨਾਂ ਦਾ ਕਹਿਣਾ ਕਿ ਇਹ ਪਹਿਲਾਂ ਹੀ ਪਤਾ ਸੀ ਕਿ ਇੰਨਾ ਸੌਖਾ ਨਹੀਂ ਹੈ ਇਹ ਜਿਹੜੀ ਜੰਗ ਹੈ। ਅੱਜ ਵੀ ਜਿੱਦਾਂ ਮੀਟਿੰਗ ਹੋਈ ਹੈ ਜਿਹੜੀ ਅੱਜ ਵੀ ਕਿਸਾਨ ਜਥੇਬੰਦੀ ਦੀ, ਉੱਥੇ ਰਾਜੇਵਾਲ ਹੋਰਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਜਿਹੜੀ ਲੜਾਈ ਹੈ ਇਹ ਨਹੀਂ ਸੌਖੀ ਹੈ, ਇਹ ਜਿਹੜੀ ਐਜੀਟੇਸ਼ਨ ਹੈ ਬਹੁਤ ਲੰਬਾ ਐਜੀਟੇਸ਼ਨ ਚੱਲਣਾ ਔਰ ਇਹਦੇ ਪਿੱਛੇ ਬੜੇ ਕਾਮਵੇਨ ਨਾਲ, ਬੜੇ ਧਿਆਨ ਨਾਲ ਇੱਕ ਇਹ ਕਹਿ ਸਕਦੇ ਹਾਂ ਕਿ ਇੱਕ ਖਾਸ ਤੌਰ ਤੇ ਆਪਣੇ ਜਿਹੜੇ ਲੋਕ ਜਿਹੜੇ ਐਜੂਕੇਸ਼ਨ ਦੇ ਵਿੱਚ ਸ਼ਾਮਲ ਨੇ, ਜ਼ਮੀਨੀ ਤੌਰ ਤੇ ਸ਼ਾਮਲ ਨੇ, ਉਹਨਾਂ ਨੂੰ ਵੀ ਆਪਾਂ ਇਸ ਚੀਜ਼ ਤੇ ਅਲਰਟ ਕਰ ਰਹੇ ਹਾਂ ਕਿ ਜਿਵੇਂ ਕਿ ਹੁਸ਼ਿਆਰਪੁਰ ਦੇ ਵਿੱਚ ਇੰਸੀਡੈਂਟ ਹੋਇਆ ਕਿ ਇੱਕ ਹਮਲਾ ਹੁੰਦਾ ਪੰਜਾਬ ਪ੍ਰਧਾਨ ਦੇ BJP ਦੀ ਗੱਡੀ ਤੇ ਜਾਂ ਕੋਈ ਕੱਲ ਅੱਜ ਵੀ ਸਾਂਪਲਾ ਜਿਹੜੇ ਮੰਤਰੀ ਨੇ ਉਹਨਾਂ ਦੀ ਕਾਫਲੇ ਨੂੰ ਰੋਕਿਆ ਗਿਆ। ਮਤਲਬ ਇਹ ਜਿਹੜੇ ਇੰਸੀਡੈਂਟਸ ਹੋ ਰਹੇ ਨੇ ਵਿੱਚ ਉਹਨਾਂ ਨੇ ਬਿਲਕੁਲ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਵਿਰੋਧ ਕਰੋ,
लेकिन अपना आप ट्रैक कर दीए वायलेंट ना हो जी वायलेंट मजबूर किया जा रहा है जिवें हरकमल ने क्योंकि ये सिचुएशन हो रही है कि पंजाब का किसान वायलेंट किया जा रहा है अपने लोग अग्रैसिव किया जा रहा है कि किसी तरीके होके आप रैक्ट करिए लेकिन एजुटेशन अज किसान कहते कि आप मोर्चा पहले ही आप सड़कते हैं उनके उड़ीक है कि आप इसनों किस रुख नाल किस ढंग ऑर्डर की उड़ीक है कि जो उठ के टोल तो उठ के बीजेपी किसी लीडर के घर के अगे बहना तो वह भी तैयार है या जो कांग्रेस के लीडर के घर के अगे बहना तो वह भी तैयार है क्योंकि एक बहुत इंपॉर्टेंट गल सामने आई है सारे एजुकेशन एपीसोड दे विच ये जिहड़ा जदों दा भी एजुकेशन चल रहा है एक जिहड़ी जागरूकता किसान अज खड़ी हो चुकी है पिंड पद्धर ते सत्ता लेवल ते भी सत्ता च भी ये गल हो गई है कि कांग्रेसी अकाली बीजेपी दे जिहड़े कैडर्स वंडिया होया सी ना किसान या जिहड़ा वोटर पिंडां दा वो खत्म हो गया अज मुद्दा सिर्फ ते सिर्फ उन्हां दा रह गया किसानी ते हुण पिंड दी सोच ਹੁਣ ਪਿੰਡ ਦੀ ਸੋਚ ਵੱਲ ਤੁਰ ਪਿਆ ਹੁਣ ਕਿਸਾਨੀ ਦੀ ਸੋਚ ਵੱਲ ਤੁਰ ਪਿਆ ਉਹ ਆਪਣੇ ਤੋਂ ਟੈਗ ਲੈਣਾ ਚਾਹ ਰਿਹਾ ਕਹਿੰਦਾ ਕਿ ਮੈਂ ਕਹਾਂਗਾ ਮੈਨੂੰ मतलब ਮੇਰੇ ਮੁੱਦੇ ਤੇ ਗੱਲ ਕਰੋ ਜੇ ਕਿਸੇ ਲੀਡਰ ਨੇ ਆ ਕੇ ਗੱਲ ਕਰਨੀ ਆਪਣਾ ਝੰਡਾ ਆਪਣੇ ਘਰ ਛੱਡ ਕੇ ਮੇਰੇ ਝੰਡੇ ਦੇ ਥੱਲੇ ਆ ਕੇ ਬਹਿ ਕੇ ਗੱਲ ਕਰੋ ਇਹ ਜਿਹੜੀ ਸੋਚ ਹੈ ਨਾ ਇਕੱਲੀ ਜਥੇਬੰਦੀ ਦੇ ਆਗੂਆਂ ਤੱਕ ਨਹੀਂ ਹੈ ਇਹ ਥੱਲੜੇ ਲੈਵਲ ਤੇ ਜਿਹੜਾ ਬੰਦਾ ਇੱਕ ਛੋਟਾ ਜਿਹਾ ਕਿਸਾਨ ਚਾਹੇ ਉਹ 2 ਏਕੜ ਦਾ ਕਿਸਾਨ ਉੱਥੇ ਐਜੂਕੇਸ਼ਨ ਚ ਜਾਂ ਉਸਦੀ ਵਾਈਫ ਉੱਥੇ ਰੋਟੀਆਂ ਬਣਾ ਕੇ ਲੈ ਕੇ ਆ ਰਹੀ ਸੇਵਾ ਕਰ ਰਹੀ ਹੈ ਲੰਗਰ ਦੇ ਵਿੱਚ ਉਹਦੀ ਵੀ ਇਹ ਸੋਚ ਹੈ ਜੀ ਜਗਤਾਰ ਗੁਰਪ੍ਰੀਤ ਜੀ ਬਹੁਤ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਇਸ ਮੁੱਦੇ ਤੇ ਦਰਸ਼ਕਾਂ ਦੀ ਜਾਣਕਾਰੀ ਲਈ ਸਵਾਲ ਲੈਣਾ ਚਾਹਾਂਗਾ ਕਿਉਂਕਿ ਤੁਸੀਂ ਫੀਲਡ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹੋ ਅੱਜ ਤੱਕ ਕੀ ਹੁੰਦਾ ਆ ਰਿਹਾ ਹੈ ਕਿ ਵੱਖ-ਵੱਖ ਜਿਹੜੀਆਂ ਰਾਜਸੀ ਧਿਰਾਂ ਹੈ ਇਹ ਅਕਾਲੀ ਦਲ ਦਾ ਕਿਸਾਨ ਵਿੰਗ ਹੈ ਜੀ ਇਹ ਕਮਿਊਨਿਸਟਾਂ ਦਾ ਕਿਸਾਨ ਵਿੰਗ ਹੈ ਇਹ ਭਾਜਪਾ ਦਾ ਕਿਸਾਨ ਵਿੰਗ ਹੈ ਕਾਂਗਰਸ ਦਾ ਕਿਸਾਨ ਵਿੰਗ ਹੈ ਜਾਨੀ ਰਾਜਸੀ ਧਿਰਾਂ ਨੇ ਆਪਣੇ ਵੋਟ ਬੈਂਕ ਨੂੰ ਪੱਕੇ ਕਰਨ ਦੇ ਲਈ ਇੱਕ ਪਲੇਟਫਾਰਮ ਬਣਾ ਲਏ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੇ ਰਾਜਸੀ ਧਿਰਾਂ ਦੇ ਵੋਟ ਬੈਂਕ ਸੀ ਕਿਸਾਨ ਥੜੇ ਸੀ ਪਲੇਟਫਾਰਮ ਸੀ ਉਹ ਟੁੱਟ ਕੇ ਹੁਣ ਕਿਸਾਨ ਇੱਕ ਜਗ੍ਹਾ ਤੇ ਇੱਕ ਲਹਿਰ ਦੇ ਰੂਪ ਵਿੱਚ ਨਜ਼ਰ ਆ ਰਿਹਾ ਰਾਜਸੀ ਧਿਰਾਂ ਨੂੰ ਉਹਨਾਂ ਨੇ ਪਛਾੜ ਦਿੱਤਾ ਜਾਂ ਰਾਜਸੀ ਧਿਰਾਂ ਨੂੰ ਉਹਨਾਂ ਨੇ ਲਾਂਭੇ ਕਰ ਦਿੱਤਾ ਹੁਣ ਉਹ ਸਿਰਫ ਕਿਸਾਨਾਂ ਤੇ ਕਿਸਾਨ ਹਿੱਤਾਂ ਦੀ ਲੜਾਈ ਲੜ ਰਹੇ ਹੈ ਕੀ ਇਹ ਜ਼ੀਰੋ ਗਰਾਊਂਡ ਤੇ ਹੇਠਲੀ ਪੱਧਰ ਤੇ ਨਜ਼ਰ ਆ ਰਿਹਾ ਏਦਾਂ देखो जगतार जी ਇਹਦੇ ਵਿੱਚ ਤੇ ਕਲੀਅਰ ਕੱਟ ਹੈ ਨਾ ਇਹਦੇ ਵਿੱਚ ਕਲੀਅਰ ਕੱਟ ਹੈ ਕਿ ਅੱਜ ਦਾ ਜਿਹੜਾ ਕਿਸਾਨ ਹੈ ਨਾ ਉਹ ਲੜਾਈ ਆਪਣੀ ਲੜ ਰਿਹਾ ਆਪਣੀ ਕਿਸਾਨੀ ਦੀ ਲੜਾਈ ਲੜਦਾ ਪਿਆ ਅੱਜ ਦਾ ਕਿਸਾਨ ਨਹੀਂ ਇਕੱਲਾ ਉਹਦੇ ਨਾਲ ਜਿਹੜਾ ਵਰਗ ਜੁੜਿਆ ਖੇਤੀ ਮਜ਼ਦੂਰ ਉਹ ਕਦੀ ਲੜਾਈ ਨਹੀਂ ਸੀ ਇਸ ਐਜੂਕੇਸ਼ਨ ਦੇ ਵਿੱਚ ਨਹੀਂ ਸੀ ਜੇ ਆਪਾਂ ਗੰਨੇ ਦੇ ਬਕਾਏ ਦੀ ਗੱਲ ਕਰੀਏ ਤਾਂ ਉੱਥੇ ਕਦੀ ਖੇਤੀ ਮਜ਼ਦੂਰ ਕਦੀ ਵੀ ਐਜੂਕੇਸ਼ਨ ਤੇ ਨਹੀਂ ਸੀ ਮੌਜੂਦ ਹੁੰਦਾ ਅੱਜ ਦੇ ਵਿੱਚ ਹੈ ਅੱਜ ਮੰਡੀ ਦੇ ਮਜ਼ਦੂਰ ਜਿਹੜੀ ਦਿਹਾੜੀ ਆੜੀਆਂ ਦਾ ਸੀਜ਼ਨ ਚੱਲ ਰਿਹਾ ਉਹ ਮਜ਼ਦੂਰ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੈ ਆੜੀਆ ਵਰਗ ਜਿਹੜਾ ਚਾਹੇ ਦੀ ਹੈ ਲੇਕਿਨ ਉਹ ਵੀ ਕਿਸੇ ਨਾ ਕਿਸੇ ਢੰਗ ਇਸ ਪ੍ਰੋਟੈਸਟ ਵਿੱਚ ਨਾਲ ਸ਼ਾਮਲ ਹੈ ਜੇ ਟੋਲ ਪਲਾਜ਼ਾ ਦੇ ਉੱਤੋਂ ਇੰਨੀਆਂ ਗੱਡੀਆਂ ਲੰਘ ਰਹੀਆਂ ਚਾਹੇ ਕਾਰੋਬਾਰੀ ਹੈ ਚਾਹੇ ਵਪਾਰੀ ਹੈ दूसरी गल उन्हें किसानी देखदा और उत्थे कोई ऐसे भी लोग ने जिहड़े उस एजुकेशन दे विच चाहे किसान जथेबंदियां वालों नहीं कि उन्हां दी हेल्प आउट करो फाइनैशियल लैवल ते लेकिन वो अपने तौर पे चाहे किसी भी किसी ना ढंग नाल उत्थे हेल्प आउट कर रहा मतलब कि वो भी उस एजुकेशन का हिस्सा अज पंजाब हौली हौली जिहड़ा ना वो एक ऐसे मंच ते आ रहा है जिहदे विच राजनीतिक यही कारण है कि 19 तरीक का जिहड़ा सैशन बुला लिया गया ਅੱਜ ਵੀ ਇਹੀ ਗੱਲ ਮੀਟਿੰਗ ਦੇ ਵਿੱਚ ਵੀ ਆਖਰੇ ਇਹ ਐਜੂਕੇਸ਼ਨ ਹਲ ਬਾਦਲ ਨੂੰ ਮਜਬੂਰ ਕੀਤਾ ਅਸਤੀਫਾ ਦੇਣ ਲਈ ਐਨਡੀਏ ਨੂੰ ਛੱਡਣ ਲਈ ਜਾਂ ਨਹੀਂ ਸੈਸ਼ਨ ਇਹੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਜਿਹੜਾ ਬਿਆਨ ਸੀ कहना ਸੀ ਕਿ ਮੇਰੇ ਦਬਾਅ ਕੋਈ ਮੇਰੀ ਸੈਸ਼ਨ ਬੁਲਾਉਂਗਾ ਲੇਕਿਨ ਬੀਤੇ ਦਿਨਾਂ ਦੇ 2 ਮੰਤਰੀਆਂ ਨੂੰ ਭੇਜਿਆ ਜਾਂਦਾ ਜੀ ਥੈਂਕ ਯੂ ਗੁਰਪ੍ਰੀਤ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ ਹਰਕੰਵਲ ਜੀ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿੱਦਾਂ ਗੁਰਪ੍ਰੀਤ ਜੀ ਨੇ ਕਿਹਾ ਕਿ 19 ਅਕਤੂਬਰ ਨੂੰ ਬੁਲਾ ਲਿਆ ਗਿਆ ਹੈ ਵਿਧਾਨ ਸਭਾ ਦਾ ਸੈਸ਼ਨ ਜ਼ਰੂਰ ਖਾਸ ਏਜੰਡੇ ਤੇ ਖਾਸ ਮੁੱਦੇ ਤੇ ਹੋ ਰਿਹਾ ਹੈ ਪਰ ਉਹ ਸੈਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉੱਥੇ ਤਵੱਕੋ ਕੀਤੀ ਜਾ ਸਕਦੀ ਹੈ ਕਿ ਕਿਸਾਨੀ ਮੁੱਦੇ ਤੇ ਪੂਰਾ ਪੰਜਾਬ ਇੱਕ ਮੁੱਠ ਨਜ਼ਰ ਆਏਗਾ ਜਾਂ ਉੱਥੇ ਵੀ ਰਾਜਸੀ ਧਿਰਾਂ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ
ਇਹਦੇ ਤੇ ਆਪਣੀਆਂ ਰਾਜਸੀ ਰੋਟੀਆਂ ਕਿਵੇਂ ਸੇਕਣੀਆਂ। ਹਰਕਮਲ ਜੀ। ਦੇਖੋ ਜਗਤਾਰ ਜੀ, ਸਿਆਸੀ ਜਮਾਤਾਂ ਜਿੰਨੀਆਂ ਨੇ ਉਹਨਾਂ ਨੇ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿਣਾ ਹੈ। ਉਹਨਾਂ ਦੀ ਮਜਬੂਰੀ ਹੈ, ਉਹਨਾਂ ਨੇ ਉਹਦੇ ਤੋਂ ਬਾਜ ਨਹੀਂ ਆਉਣਾ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਆਪਣੀ ਐਗਜ਼ਿਸਟੈਂਸ ਦੀ ਲੜਾਈ ਲੜ ਰਿਹਾ ਹੈ। ਉਹ ਇਹ ਰੀਅਲਾਈਜ਼ ਕਰ ਰਹੇ ਨੇ ਕਿ ਇਹ ਜਿਹੜੀ ਸਿਆਸਤ ਉਹਨਾਂ ਲਈ ਹੁਣ ਇਸ ਵੇਲੇ ਜ਼ਰੂਰੀ ਨਹੀਂ ਹੈਗੀ, ਜਾਂ ਸਿਆਸੀ ਧਿਰਾਂ ਉਹਨਾਂ ਲਈ ਕੋਈ ਬਹੁਤ ਜ਼ਰੂਰੀ ਨਹੀਂ ਹੈਗੀਆਂ। ਉਹਨਾਂ ਲਈ ਆਪਣਾ ਭਵਿੱਖ ਜਿਹੜਾ ਹੈ ਉਹ ਜ਼ਰੂਰੀ ਹੈ ਕਿ ਕੀ ਉਹ ਆਪਣਾ ਜਿਹੜਾ ਇਹ ਕਿੱਤਾ ਹੈਗਾ, ਜਿਵੇਂ ਉਹ ਬਾਦਲ ਸਾਹਿਬ ਕਹਿੰਦੇ ਹੁੰਦੇ ਨੇ ਜੀ, ਖੇਤੀ ਮੁਨਾਫਾ ਬਖਸ਼ ਕਿੱਤਾ ਨਹੀਂ ਰਿਹਾ। ਮੈਨੂੰ ਲੱਗਦਾ ਹੈ ਕਿ ਜਿਸ ਢੰਗ ਦੇ ਨਾਲ ਗਵਰਨਮੈਂਟ ਆਫ ਇੰਡੀਆ ਇਹ ਨਵੇਂ ਕਾਨੂੰਨ ਲੈ ਕੇ ਆਈ ਹੈ, ਜੇ ਕੱਲ ਨੂੰ ਮਾਰਕੀਟਿੰਗ ਸਿਸਟਮ ਖਤਮ ਹੋ ਗਿਆ, MSP ਕਿਸਾਨ ਨੂੰ ਨਾ ਮਿਲ ਸਕੀ, ਤੇ ਇਹ ਪੰਜਾਬ ਹਰਿਆਣੇ ਦਾ ਕਿਸਾਨ ਤਬਾਹ ਹੋ ਜਾਏਗਾ। ਬਿਲਕੁਲ ਇਹ ਬਿਲਕੁਲ ਰੋਟੀ ਖਾਣ ਦੇ ਕਾਬਿਲ ਨਹੀਂ ਰਹਿਣਗੇ। ਕਿਸਾਨ ਤੇ ਅੱਜ ਦੀ ਡੇਟ 'ਚ ਆਪਣੀ ਐਗਜ਼ਿਸਟੈਂਸ ਦੀ ਲੜਾਈ ਲੜ ਰਿਹਾ ਹੈ। ਔਰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਪੰਜਾਬ ਗਵਰਨਮੈਂਟ ਨੇ ਬੁਲਾਇਆ, ਮੇਰਾ ਵਿਊ ਉਹਦੇ ਬਾਰੇ ਹੈਗਾ। ਦੇਖੋ ਉਹਨਾਂ ਨੂੰ ਇੱਕ ਡਰਾਫਟ ਭੇਜਿਆ ਗਿਆ ਕਾਂਗਰਸ ਹਾਈ ਕਮਾਂਡ ਵੱਲੋਂ ਕਿ ਜੀ ਤੁਸੀਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਜੋ ਭਾਰਤ ਸਰਕਾਰ ਦੀ ਕੋਸ਼ਿਸ਼ ਹੈ ਕਿ ਅਡਾਨੀ, ਰਿਲਾਇੰਸ ਜਾਂ ਇਹੋ ਜਿਹੀਆਂ ਜਿਹੜੀਆਂ ਵੱਡੀਆਂ ਹੋਰ ਕੰਪਨੀਆਂ ਹੈ, ਉਹਨਾਂ ਨੂੰ, ਅੰਬਾਨੀਆਂ ਨੂੰ ਇਸ ਕਿੱਤੇ 'ਚ ਲੈ ਕੇ ਆਓ ਕਿ ਉਹ ਹਿੰਦੁਸਤਾਨ ਦੇ ਵਿੱਚੋਂ ਫੂਡ ਗ੍ਰੇਨਸ ਪਰਚੇਜ਼ ਕਰਨ, ਉਹ ਇਸ ਬਿਜ਼ਨਸ ਤੇ ਕੰਟਰੋਲ ਕਰਨ, ਔਰ FCI ਨੂੰ ਇਹਦੇ ਚੋਂ ਬਾਹਰ ਕੱਢਿਆ ਜਾਏ, FCI ਨੂੰ ਖਤਮ ਕੀਤਾ ਜਾਏ। ਔਰ ਉਹਨਾਂ ਦਾ ਦਲੀਲ ਇਹਦੇ ਲਈ ਹੈਗੀ ਹੈ ਕਿ ਜੀ ਸਾਲ ਦਾ 30-40 ਹਜ਼ਾਰ ਕਰੋੜ ਦਾ ਨੁਕਸਾਨ ਹੈਗਾ FCI ਦਾ, ਭਾਰਤ ਸਰਕਾਰ ਇਹ ਨੁਕਸਾਨ ਚੱਲਣ ਦੇ ਕਾਬਿਲ ਨਹੀਂ ਹੈਗੀ। ਮੈਨੂੰ ਜਿਹੜੀ ਗੱਲ ਨਜ਼ਰ ਆ ਰਹੀ ਹੈ ਕਿ ਪੰਜਾਬ ਗਵਰਨਮੈਂਟ ਦੀ ਸਾਰੀ ਕੋਸ਼ਿਸ਼ ਇਹ ਵੇ ਕਿ ਅਸੀਂ ਸਟੇਟ ਨੂੰ ਇੱਕ ਮੰਡੀ ਡਿਕਲੇਅਰ ਕਰਕੇ ਇੱਥੇ ਇੰਨਾ ਕੁ ਟੈਕਸ ਲਾ ਦਈਏ ਪ੍ਰਾਈਵੇਟ ਕੰਪਨੀਆਂ ਦੀ ਖਰੀਦ ਦੇ ਉੱਤੇ ਕਿ ਉਹ ਵੱਡੀਆਂ ਕੰਪਨੀਆਂ ਇੱਥੇ ਆ ਕੇ ਖਰੀਦ ਕਰਨ ਦਾ ਹੌਸਲਾ ਨਾ ਕਰ ਸਕਣ, ਨੰਬਰ 1। ਨੰਬਰ 2, ਉਹਨਾਂ ਤੇ ਇਹੋ ਜਿਹੀਆਂ ਕੰਡੀਸ਼ਨਸ ਲਾਤੀਆਂ ਜਾਣ ਕਿ ਜੇ ਉਹ ਖਰੀਦ ਕਰਨਗੇ, ਜੇ ਕਿਸਾਨ ਨਾਲ ਕੋਈ ਧੋਖਾ ਹੋ ਗਿਆ, ਕਿਸੇ ਨੂੰ ਜੇ ਪੂਰੀ ਕੀਮਤ ਨਾ ਮਿਲੀ, ਉਹਦੇ ਲਈ ਪੈਨਲਟੀਜ਼ ਹੋਣਗੀਆਂ, ਲੋਕਲ ਅਦਾਲਤਾਂ ਹੋਣਗੀਆਂ। ਉਹਨਾਂ ਕੰਪਨੀਆਂ ਆਪਣੇ ਹੈੱਡਕੁਆਟਰ ਤੇ ਇਹ ਨਹੀਂ ਕਹਿ ਸਕਣਗੀਆਂ ਕਿ ਜੀ ਸਾਡੇ ਉੱਥੇ ਆ ਕੇ ਕੇਸ ਕਰੋ, ਇੱਥੇ ਲੋਕਲ ਕੇਸ ਹੋਣਗੇ। ਇਹੋ ਜਿਹੀਆਂ ਉਹਨਾਂ ਲਈ ਗੁੰਝਲਾਂ ਕ੍ਰੀਏਟ ਕੀਤੀਆਂ ਜਾਣਗੀਆਂ ਇਹਨਾਂ ਬਿੱਲਾਂ ਰਾਹੀਂ ਕਿ ਉਹ ਕੰਪਨੀਆਂ ਪੰਜਾਬ ਚੋਂ ਆ ਕੇ ਖਰੀਦ ਦਾ ਹੌਸਲਾ ਨਾ ਕਰ ਸਕਣ, ਔਰ ਉਹ ਅੰਬਾਨੀ, ਅਡਾਨੀ ਜਿਹੜੇ ਨੇ ਪੰਜਾਬ ਦੇ ਫੂਡ ਗ੍ਰੇਨਸ ਦੀ ਮਾਰਕੀਟ ਦੇ ਉੱਤੇ ਕਬਜ਼ਾ ਨਾ ਕਰ ਸਕਣ। ਇੱਥੋਂ ਤੱਕ ਤੇ ਗੱਲ ਹੋਏਗੀ ਠੀਕ, ਪਰ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਮਸਲਾ ਪਹਿਲਾਂ ਇਹ ਨਹੀਂ ਹੈਗਾ। ਮਸਲਾ ਤੇ ਇਹ ਹੈਗਾ ਕਿ ਕਿਸਾਨ ਦੀ ਫਸਲ ਨੂੰ ਚੁੱਕੇਗਾ ਕੌਣ। ਸਪੋਜ਼ ਕਰੋ ਜੇ ਅਡਾਨੀ, ਅੰਬਾਨੀ ਵੀ ਨਹੀਂ ਚੁੱਕਦੇ ਹੈਗੇ, ਤੇ ਭਾਰਤ ਸਰਕਾਰ ਵੀ ਜੋ ਉਹਨਾਂ ਦੀ ਸੋਚ ਹੈਗੀ ਹੈ ਕਿ ਫੂਡ ਕਾਰਪੋਰੇਸ਼ਨ ਨੂੰ ਹੌਲੀ-ਹੌਲੀ ਖਤਮ ਕਰੋ, ਇਸ ਕੰਮ ਚੋਂ ਭੱਜੋ, ਖਰੀਦ ਚੋਂ ਬਾਹਰ ਨਿਕਲੋ, ਤੇ ਕਿਸਾਨ ਦੀ ਫਸਲ ਕੌਣ ਚੁੱਕੇਗਾ। ਮਸਲਾ ਤੇ ਇਹ ਹੈਗਾ ਕਿਸਾਨ ਨੂੰ MSP ਕੌਣ ਦੇਏਗਾ, ਕਿਸਾਨ ਦੇ ਮੰਡੀਆਂ ਚੋਂ ਫਸਲ ਚੁੱਕੇਗਾ ਕੌਣ। ਜੇ ਫੂਡ ਕਾਰਪੋਰੇਸ਼ਨ ਇਹ ਕੰਮ ਬੰਦ ਕਰ ਦਿੰਦੀ। ਹਰਕਮਲ ਜੀ ਬਹੁਤ ਵੱਡਾ ਸਵਾਲ ਤੁਸੀਂ ਲੈ ਕੇ ਆ ਰਹੇ ਹੋ। ਇਹ ਗਰੰਟੀ ਤਾਂ ਕੇਵਲ ਤੇ ਕੇਵਲ ਕੇਂਦਰ ਸਰਕਾਰ ਹੀ ਦੇ ਸਕਦੀ ਹੈ। ਪੰਜਾਬ ਸਰਕਾਰ ਤਾਂ ਜਿਵੇਂ ਕਹਿੰਦੇ ਹੁੰਦੇ ਵੀ ਉਹਨਾਂ ਦੇ ਮਿਊਨਿਸਪਲ ਕਮੇਟੀ ਚ ਕੋਈ ਪੈਸੇ ਨਹੀਂ, ਉਹਨਾਂ ਕੋਲੇ ਤਾਂ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ, ਉਹ ਕਿੱਥੋਂ ਕਿਸਾਨ ਦੀ ਕਣਕ ਤੇ ਝੋਨਾ ਤੇ ਫਸਲਾਂ ਖਰੀਦ ਸਕਦੇ ਹੈ। ਦੇਖੋ ਪੰਜਾਬ ਸਰਕਾਰ ਤੇ ਇੰਨਾ ਹੀ ਕੰਮ ਕਰ ਸਕਦੀ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਲਈ ਕੜਮੱਸ ਪੈਦਾ ਕਰ ਸਕਦੇ ਨੇ ਕਿ ਉਹ ਇੱਥੇ ਆ ਕੇ ਪਰਚੇਜ਼ ਨਾ ਕਰਨ। ਲੇਕਿਨ ਜਿਹੜਾ ਅਸਲ ਮੁੱਦਾ ਹੈ ਉਹ ਉੱਥੇ ਖਲੋਤਾ ਰਹਿਣਾ ਹੈ ਕਿ ਜਦੋਂ ਤੱਕ ਭਾਰਤ ਸਰਕਾਰ ਆਪਣੇ ਇਹ ਬਿੱਲ ਵਾਪਸ ਲੈ ਕੇ ਇਹ ਫੈਸਲਾ ਨਹੀਂ ਕਰਦੀ, ਕਿਸਾਨ ਨੂੰ MSP ਦੇਣ ਦੀ ਗਰੰਟੀ ਨਹੀਂ ਕਰਦੀ, ਔਰ ਮਾਰਕੀਟਿੰਗ ਸਿਸਟਮ ਜਿਹੜਾ ਹੈ ਉਹਨੂੰ ਕਾਇਮ ਰੱਖਣ ਦੀ ਗਰੰਟੀ ਨਹੀਂ ਦਿੰਦੇ, ਉਦੋਂ ਤੱਕ ਕਿਸਾਨ ਦਾ ਕੋਈ ਭਲਾ ਹੋਣ ਵਾਲਾ ਨਹੀਂ, ਕਿਸਾਨ ਨੂੰ ਕੋਈ ਫਾਇਦਾ ਮਿਲਣ ਵਾਲਾ ਨਹੀਂ। ਜੀ ਥੈਂਕ ਯੂ ਵੈਰੀ ਮਚ। ਪ੍ਰਾਸ਼ਾ ਜੀ, ਪੰਜਾਬ ਵਿਧਾਨ ਸਭਾ 'ਚ ਤੁਸੀਂ ਜਰਨਲਿਸਟਾਂ ਦੀ ਜਿਹੜੀ ਪ੍ਰੈਸ ਗੈਲਰੀ ਹੈ ਉਹਦੇ ਅਧਿਕਾਰੀ ਦੇ ਤੌਰ ਤੇ ਵੀ ਪਹਿਲਾਂ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹੋ। ਪੰਜਾਬ ਵਿਧਾਨ ਸਭਾ ਦੇ ਬੜੇ ਸੈਸ਼ਨ ਤੁਸੀਂ ਦੇਖੇ ਹੈ, ਪਰ ਕਿਉਂਕਿ ਖਾਸ ਸਥਿਤੀ 'ਚ ਪੰਜਾਬ ਐਸੇ ਗੁਜ਼ਰ ਰਿਹਾ, ਜਦੋਂ ਹੁਣ ਸੈਸ਼ਨ ਬੁਲਾਇਆ ਗਿਆ ਹੈ, ਰਾਜਸੀ ਤਰ੍ਹਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜੇ ਤੁਸੀਂ ਅਕਾਲੀ ਦਲ ਦੇ ਅੱਜ ਕਮੈਂਟ ਸੁਣੇ ਹੋਣਗੇ ਜਾਂ ਦੇਖੇ ਹੋਣਗੇ ਤਾਂ ਉਹਨਾਂ ਨੇ ਸਰਕਾਰ ਦੇ ਮੁਕਾਬਲੇ 'ਚ ਇੱਕ ਪ੍ਰਾਈਵੇਟ ਬਿੱਲ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਇਹਨਾਂ ਮੁੱਦਿਆਂ ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਜਾਣੀ ਪਹਿਲਾਂ ਹੀ ਇੱਕ ਤਰ੍ਹਾਂ ਦਾ ਮੁੱਢ ਬੰਨ੍ਹ ਦਿੱਤਾ ਹੈ ਕਿ ਅੰਦਰ ਜਾ ਕੇ ਕਿਸ ਤਰ੍ਹਾਂ ਘਮਸਾਨ ਪੈਦਾ ਕਰਨਾ ਹੈ।
ਕੀ ਲੱਗਦਾ ਕਿ ਇਸ ਮੁੱਦੇ ਤੇ ਸੰਜੀਦਗੀ ਜਿਹੜੀ ਹੈਗੀ ਹੈ ਦੇਖਣ ਦੀ ਜ਼ਰੂਰਤ ਹੈ ਸਮੁੱਚੇ ਪੰਜਾਬੀਆਂ ਨੂੰ, ਕਿ ਕਿਸਾਨੀ ਦੇ ਹਿੱਤ ਲਈ ਤੁਸੀਂ ਇਕੱਠੇ ਹੋ ਜਾਂ ਉੱਥੇ ਵੀ ਲਕੀਰਾਂ ਖਿੱਚ ਕੇ ਵੰਡੀਆਂ ਪਾ ਕੇ ਜਿੰਦਾਬਾਦ ਮੁਰਦਾਬਾਦ ਕਰਕੇ ਬਾਹਰ ਆ ਜਾਂਦੇ ਹੋ, ਕਿਸਾਨ ਦੇ ਹਿਤੈਸ਼ੀ ਵੀ ਕਹਾਉਂਦੇ ਹੋ ਤੇ ਕੇਂਦਰ ਦੇ ਵਿਰੋਧ ਤੋਂ ਵੀ ਕਿਨਾਰਾ ਕਸ਼ੀ ਕਰਦੇ ਹੋ, ਪਾਸਾ ਵੜਦੇ ਹੋ? ਜੀ ਪ੍ਰਾਸ਼ਾ ਜੀ, ਬਹੁਤ ਅਹਿਮ ਗੱਲ ਹੈਗੀ ਹੈ। ਜਗਤਾਰ ਜੀ, ਗੱਲ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਔਰ ਇੱਥੇ ਦੀ ਬਣਤਰ ਹੈਗੀ ਹੈ, ਇੱਥੇ ਕੋਈ ਵੀ ਸਿਆਸੀ ਪਾਰਟੀ ਅਗਰ ਉਹਦਾ ਆਧਾਰ ਕਿਸਾਨਾਂ ਦੇ ਵਿੱਚ ਨਹੀਂ ਹੈ ਤਾਂ ਉਹ ਸਰਵਾਈਵ ਨਹੀਂ ਕਰ ਸਕਦੀ। ਹੁਣ ਤੁਸੀਂ ਬੀਜੇਪੀ ਦੀ ਇੱਕੋ ਇੱਕ ਇਹੋ ਜਿਹੀ ਪਾਰਟੀ ਹੈ ਜਿਹਦਾ ਕਿਸਾਨਾਂ ਦੇ ਵਿੱਚ ਆਧਾਰ, ਉਹ ਦੇਖ ਲਓ ਉਹਦਾ ਕੀ ਹਾਲ ਹੈ। ਜਦੋਂ ਵੀ ਉਹਨਾਂ ਨੇ ਇਲੈਕਸ਼ਨ ਜਿੱਤੇ ਹੈ ਔਰ ਅਕਾਲੀ ਦਲ ਦੀ ਇੱਕ ਨੇੜੀ ਦੇ ਉੱਤੇ ਚੜ੍ਹ ਕੇ ਜਿੱਤੇ ਆ ਔਰ ਤਾਂ ਤੱਕ ਉਹਨਾਂ ਦੀ ਸਰਕਾਰ ਬਣੀ ਹੈ। ਹੁਣ ਅਕਾਲੀ ਦਲ ਤੋਂ ਅਲੱਗ ਹੋਏ ਤਾਂ ਉਹਨਾਂ ਦੇ ਹੱਥਾਂ ਪੈਰੀ ਪਈ ਹੋਈ ਹੈ, ਹਰ ਜਗ੍ਹਾ ਉਹਨਾਂ ਦਾ ਬਾਈਕਾਟ ਹੋ ਰਿਹਾ, ਕਿਤੇ ਕਿਤੇ ਜਿਹੜਾ ਹੈ ਉਹ ਮੈਂ ਸਮਝਦਾ ਕਿ ਹਿੰਸਕ ਵਿਰੋਧ ਵੀ ਹੋ ਰਿਹਾ। ਔਰ ਦੂਜੀ ਗੱਲ ਇਹ ਹੈ ਕਿ ਅੱਜ ਜਿਸ ਤਰ੍ਹਾਂ ਤੁਸੀਂ ਹੁਣ ਜ਼ਿਕਰ ਕੀਤਾ, ਪੰਜਾਬ ਵਿਧਾਨ ਸਭਾ ਦੇ 19 ਅਕਤੂਬਰ ਨੂੰ ਹੋਣ ਵਾਲੇ ਸੈਸ਼ਨ ਦੇ ਸਿਲਸਿਲੇ ਦੇ ਵਿੱਚ ਮੈਨੂੰ ਅੱਜ ਸੈਕਟਰੀ 'ਤੇ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਜੋ ਮੈਨੂੰ ਇੱਧਰ ਉੱਧਰ ਸੁਣਨ 'ਚ ਆਇਆ ਉਹ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਇਸ ਮੁੱਦੇ ਨੂੰ ਜਿਹੜਾ ਬਿੱਲ ਲੈ ਕੇ ਆ ਰਹੀ ਹੈ, ਬਿੱਲ ਤਾਂ ਉਹ ਲੈ ਕੇ ਆ ਰਹੀ ਹੈ, ਲੇਕਿਨ ਉਹਨਾਂ ਨੂੰ ਕੋਈ ਇਹਦੇ ਵਿੱਚੋਂ ਇਹਨੂੰ ਨਿਰਸਤ ਕਰਨ ਦਾ ਕੋਈ ਰਾਹ ਨਹੀਂ ਲੱਭ ਰਿਹਾ। ਉਹਨਾਂ ਨੇ ਆਪਣੇ ਕਾਨੂੰਨੀ ਮਾਹਿਰਾਂ ਨੂੰ ਕਿਹਾ ਕਿ ਇਹ 'ਚ ਦੇਖੋ ਵੀ ਜੇ ਕੋਈ ਲੀਗਲ ਲੈਕੁਨਾ ਹੈ ਤਾਂ ਆਪਾਂ ਉਹਦੇ ਜ਼ਰੀਏ ਕਰੀਏ। ਜਿਹੜੀ ਗੱਲ ਹਰਕਮਲ ਜੀ ਨੇ ਕਹੀ ਹੈ ਕਿ ਆਪਾਂ ਕੋਈ ਇਹੋ ਜਿਹਾ ਕਾਨੂੰਨ ਪਾਸ ਕਰ ਦਈਏ ਜਿਹਦੇ ਨਾਲ ਪ੍ਰਾਈਵੇਟ ਸੈਕਟਰ ਨੂੰ ਇੱਥੇ ਆਪਰੇਟ ਕਰਨਾ ਮੁਸ਼ਕਲ ਹੋ ਜਾਏ, ਉਹ ਮੈਂ ਸਮਝਦਾ ਹੈ ਕਿ ਕਾਨੂੰਨੀ ਮਾਹਿਰਾਂ ਦਾ ਇਹ ਵਿਚਾਰ ਹੈ ਕਿ ਸੰਵਿਧਾਨਿਕ ਤੌਰ 'ਤੇ ਇਹ ਪੋਸੀਬਲ ਨਹੀਂ ਹੋਣਾ, ਕਿਉਂਕਿ ਦੇ ਆਰ ਕਵਰਡ ਬਾਈ ਦੀ ਨਿਊ ਐਕਟ। ਜਿਹੜੇ ਨਵੀਂ ਲਾਅ ਬਣੇ ਕਾਨੂੰਨ ਦੇ ਉਹਦੇ ਵਿੱਚ ਗੌਰਮੈਂਟ ਆਫ ਇੰਡੀਆ ਦੇ ਵਿੱਚ ਆ ਜਾਣੇ ਹੈ, ਤਾਂ ਕੋਈ ਵੀ ਪਾਰਟੀ ਕਿਤੇ ਵੀ ਕੋਰਟ ਦੇ ਵਿੱਚ ਜਾ ਕੇ ਇੱਥੇ ਸਟੇ ਲੈ ਸਕਦੀ ਹੈ ਜਾਂ ਇਹਨੂੰ ਚੈਲੰਜ ਕਰ ਸਕਦੀ ਹੈ। ਦੂਜੀ ਗੱਲ ਇਹ ਹੈ ਕਿ ਮੈਂ ਸਮਝਦਾ ਹੈ ਕਿ ਕੈਪਟਨ ਸਰਕਾਰ ਦਾ ਵੀ ਇਹੀ ਮਨਸ਼ਾ ਹੈ ਕਿ ਜੋ ਸੈਂਟਰ 'ਚੋਂ ਜਾਂ ਪਾਰਟੀ ਹਾਈ ਕਮਾਂਡ ਤੋਂ ਜਿਹੜਾ ਬਿੱਲ ਆਇਆ ਉਹਦੇ ਵਿੱਚ ਮਾੜੀ ਮੋਟੀ ਚੇਂਜ ਕਰਕੇ ਉਹਨੂੰ ਪਾਸ ਕਰਾਤਾ ਜਾਏ ਔਰ ਬਾਅਦ ਜੇ ਕੋਈ ਕੋਰਟ ਦੇ ਵਿੱਚ ਉਹਦੇ ਖਿਲਾਫ ਸਟ੍ਰਾਈਕ ਡਾਊਨ ਹੋ ਜਾਂਦਾ ਹੈ ਜਾਂ ਉਹਦੇ ਖਿਲਾਫ ਕੋਈ ਹੋਰ ਆਰਡਰ ਆ ਜਾਂਦਾ ਤਾਂ ਜਿਸ ਤਰ੍ਹਾਂ ਪਹਿਲੇ ਵੀ ਤਾਂ ਹੋਇਆ ਸੀ ਨਾ, ਪਾਣੀਆਂ ਦੀ ਵੰਡ ਨੂੰ ਲੈ ਕੇ ਵੀ ਇੱਥੇ ਆਪਾਂ ਪਾਸ ਕਰਤਾ, ਉਹ ਦਿੱਲੀ ਚਲਾ ਗਿਆ, ਪ੍ਰੈਜ਼ੀਡੈਂਟ ਆਫ ਇੰਡੀਆ ਨੇ ਉਹਨੂੰ ਸਾਈਨ ਕਰਨ ਲਈ ਬਾਅਦ ਇਨਕਾਰ ਕਰਤਾ ਔਰ ਉਹ ਕੰਮ ਉੱਦਾਂ ਹੀ ਠੁੱਸ ਹੋ ਗਿਆ। ਹੋ ਸਕਦਾ ਹੈ ਪ੍ਰਾਸ਼ਾ ਜੀ ਜਿਹੜੀ ਮੈਂ ਤੁਹਾਨੂੰ ਪ੍ਰਾਸ਼ਾ ਜੀ ਜੋ ਮੈਂ ਕਿਹਾ ਸੀ ਕਿ ਸੈਨਾ ਦਾ ਕਿਹਾ ਜਿਹੜਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ, ਜਾਣੀ ਕਿਸਾਨਾਂ ਦੀ ਵਾਹ ਵੀ ਲੈਣ ਦੀ ਕੋਸ਼ਿਸ਼ ਕਰ ਲਓ ਤੇ ਦਿੱਲੀ ਦੇ ਖਿਲਾਫ ਵੀ ਕੁਝ ਨਾ ਕਰੋ। ਇਹ ਸਾਰੀ ਜਿਹੜੀ ਐਕਸਰਸਾਈਜ਼ ਹੈ ਇਸੇ ਮੁੱਦੇ ਨੂੰ ਲੈ ਕੇ ਜਾ ਰਹੀ ਹੈ। ਜਿਹੜੇ ਸਾਰੀ ਪਾਰਟੀਆਂ ਬੜੀ ਚਲਾਕੀ ਦੇ ਨਾਲ ਉਹ ਹੁਣ ਸਮਝ ਗਈਆਂ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਹੁਣ ਇਕੱਠਾ ਹੋ ਕੇ ਬੜੀ ਭਾਰੀ ਫੋਰਸ ਦੇ ਤੌਰ 'ਤੇ ਉੱਭਰ ਆਇਆ ਔਰ ਉਹਨਾਂ ਨੂੰ ਅਗਲੇ ਇਲੈਕਸ਼ਨਾਂ ਦੇ ਵਿੱਚ ਟਾਕਰਾ ਦੇਣਾ ਬੜਾ ਮੁਸ਼ਕਿਲ ਹੋਣਾ ਹੈ, ਜਵਾਬ ਦੇਣਾ ਬੜਾ ਮੁਸ਼ਕਿਲ ਹੋ ਜਾਣਾ ਹੈ। ਇਸ ਕਰਕੇ ਹਰ ਪਾਰਟੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਆਪਾਂ ਆਪਣੇ ਆਪ ਨੂੰ ਸ਼ੋਅ ਕਰਿਆ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਹੈ। ਤੁਸੀਂ ਅਕਾਲੀ ਦਲ ਦੀ ਗੱਲ ਸੁਣਾਈ ਦਿੱਤੀ ਹੈ ਕਿ ਉਹ ਵੀ ਇੱਕ ਬਿੱਲ ਕੱਢ ਲਿਆਏ ਹੈ। ਹੁਣ ਸਵਾਲ ਇਹ ਹੈ ਕਿ ਸਭ ਤੋਂ ਕਮਜ਼ੋਰ ਸਥਿਤੀ ਅਗਰ ਭਾਜਪਾ ਤੋਂ ਬਾਅਦ ਕਿਸੇ ਦੀ ਹੈ ਤਾਂ ਉਹ ਅਕਾਲੀ ਦਲ ਦੀ ਹੈ ਕਿ ਜੀ ਤੁਹਾਡੇ ਹੁੰਦੇ ਵਿੱਚ ਬੈਠੇ ਹੋਏ ਤਾਂ ਇਹ ਬਿੱਲ ਪਾਸ ਹੋਏ ਹੈ, ਉਸ ਤੋਂ ਬਾਅਦ ਇਹ ਆਰਡੀਨੈਂਸ ਵੀ ਜਾਰੀ ਹੋਏ, ਤੁਸੀਂ ਅਸਤੀਫਾ ਦੇਣ 'ਤੇ ਵੀ ਤੁਹਾਨੂੰ ਧੱਕੇਸ਼ਾਹੀ ਨਾਲ ਅਸਤੀਫਾ ਦਵਾਇਆ ਗਿਆ। ਹੁਣ ਤੁਸੀਂ ਜਿੱਚੀ ਉਂਗਲੀ ਨੂੰ ਖੂਨ ਲਾ ਕੇ ਸ਼ਹੀਦ ਬਣ ਰਹੇ ਹੋ ਕਿ ਅਸੀਂ ਦੇਖੋ ਜੀ ਅਸੀਂ ਆਪਣਾ ਪ੍ਰਾਈਵੇਟ ਮੈਂਬਰ ਬਿੱਲ ਵੀ ਲੈ ਆਏ ਹਾਂ। ਇਹ ਸਾਰੀਆਂ ਹਾਸੋਹੀਣੀਆਂ ਗੱਲਾਂ ਹੈ ਔਰ ਕਿਸਾਨ ਔਰ ਪੰਜਾਬ ਦੇ ਲੋਕ ਜਿਹੜੀ ਸਾਰੀ ਗੱਲ ਚੰਗੀ ਤਰ੍ਹਾਂ ਸਮਝਦੇ ਹੈ ਕਿ ਇਹ ਸਭ ਪੋਸਚਰਿੰਗ ਹੋ ਰਹੀ ਹੈ, ਦਿਲੋਂ ਕੋਈ ਵੀ ਨਹੀਂ ਕਰਦਾ, ਸਭ ਆਪਣੀ ਆਪਣੀ ਸਿਆਸਤ ਕਰ ਰਹੇ ਹੈ। ਸੋ ਇਹਦੇ ਉੱਤੇ ਮੇਰਾ ਕਹਿਣਾ ਇਹ ਹੈ ਕਿ ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਸੱਤਾਧਾਰੀ ਕਾਂਗਰਸ ਪਾਰਟੀ ਹੋਵੇ ਜਾਂ ਹੋਰ ਕੋਈ ਪਾਰਟੀ ਹੋਵੇ, ਉਹ ਸਾਰੇ ਜਿਹੜੇ ਹੈ ਆਪਣੀ ਸਿਆਸਤ ਖੋਲ੍ਹ ਕੇ ਆਪਣੀ ਜੇ ਸਿਆਸਤ ਚਮਕਾਉਣ 'ਚ ਲੱਗੇ ਹੋਏ ਆ, ਹੋਰ ਇਹਨਾਂ ਦਾ ਕੋਈ ਮੁੱਦਾ ਨਹੀਂ। ਜੀ ਬਿਲਕੁਲ ਠੀਕ ਹੈ ਹਰਕਮਲ ਜੀ, ਜਿੱਦਾਂ ਪ੍ਰਾਸ਼ੀ ਜੀ ਨੇ ਕਮੈਂਟਸ ਕੀਤੇ ਹੈ, ਮੈਂ ਇਸ ਮੁੱਦੇ ਤੇ ਆਖਰੀ ਕਮੈਂਟਸ ਤੁਹਾਡੇ ਲੈਣਾ ਚਾਹਾਂਗਾ ਕਿ ਰਾਸ਼ਟਰੀ ਖੇਡਾਂ ਖੇਡੀਆਂ ਜਾ ਰਹੀਆਂ। ਜੇ ਹੁਣ ਤੁਸੀਂ ਮੀਡੀਆ ਦੇ ਅੰਦਰ ਤਾਜ਼ਾ ਦੇਖੋਗੇ, ਕਾਂਗਰਸ ਦੇ ਪ੍ਰਧਾਨ ਜਾਖੜ, ਉਧਰੋਂ ਭਾਜਪਾ ਪੰਜਾਬ ਦੇ ਪ੍ਰਧਾਨ, ਦੋਨੇ ਇੱਕ ਦੂਜੇ ਨੂੰ ਕਹਿ ਰਹੇ ਹੈ ਕਿ ਆਪਾਂ ਪਬਲਿਕ ਡਿਬੇਟ ਕਰਵਾ ਲਈਏ ਇਸ ਮੁੱਦੇ ਤੇ, ਜਨਤਾ ਫੈਸਲਾ ਕਰੇਗੀ। ਹਰਿਵੰਸ਼ ਤੋਂ ਪਾਰਲੀਮੈਂਟ ਫੈਸਲਾ ਨਹੀਂ ਕਰ ਸਕੀ, ਅਸੈਂਬਲੀ ਫੈਸਲਾ ਨਹੀਂ ਕਰ ਸਕੀ, ਪੂਰਾ ਪੰਜਾਬ ਦਾ ਕਿਸਾਨ ਸੜਕਾਂ ਤੇ ਰੇਲਵੇ ਟਰੈਕ ਤੇ ਬੈਠਾ ਉਹ ਫੈਸਲਾ ਨਹੀਂ ਕਰ ਸਕੇ। ਭਾਜਪਾ ਤੇ ਕਾਂਗਰਸ ਦੇ ਪ੍ਰਧਾਨ ਡਿਬੇਟ ਕਰਨਗੇ ਤੇ ਫਿਰ ਉਹਦਾ ਫੈਸਲਾ ਮਨਜ਼ੂਰ ਹੋਏਗਾ। ਇਹੋ ਜਿਹੀਆਂ ਡਰਾਮੇਬਾਜ਼ੀਆਂ ਜਿਹੜੀਆਂ
ਕੀਤੀਆਂ ਜਾ ਰਹੀਆਂ ਸੀਗੀਆਂ, ਕਿਵੇਂ ਦੇਖਦੇ ਹੋ ਇਦਾਂ ਦੀਆਂ ਪੋਲੀਟੀਕਲ ਡਰਾਮੇਬਾਜ਼ੀਆਂ ਨੂੰ? ਜਗਤਾਰ ਜੀ ਅੱਜ ਦੀ ਪੋਜੀਸ਼ਨ ਦੇ ਵਿੱਚ ਇਹ ਪੋਲੀਟੀਕਲ ਜਿੰਨੇ ਲੀਡਰ ਨੇ ਇਹ ਰੈਲੇਵੈਂਟ ਨਹੀਂ। ਜੇ ਬੀਜੇਪੀ ਜਾਂ ਭਾਜਪਾ ਦੇ ਕੋਈ ਲੀਡਰ ਜਾਂ ਕੋਈ ਅਕਾਲੀ ਦਲ ਦੇ ਲੀਡਰ ਆਪਸ ਦੇ ਵਿੱਚ ਕੋਈ ਡਿਬੇਟ ਕਰ ਵੀ ਲੈਂਦੇ ਨੇ, ਉਹ ਰੈਲੇਵੈਂਟ ਹੀ ਨਹੀਂ ਹੈਗੇ ਅੱਜ ਦੀ ਸਿਚੁਏਸ਼ਨ ਦੇ ਵਿੱਚ। ਤਾਂ ਅੱਜ ਸਿਚੁਏਸ਼ਨ ਇਹ ਬਣ ਗਈ ਹੈ ਕਿ ਪੋਜੀਸ਼ਨ ਜਿਹੜੀ ਹੈ ਉਹ ਇਹਨਾਂ ਦੇ ਹੱਥ ਚੋਂ ਨਿਕਲ ਚੁੱਕੀ ਹੈ। ਅੰਦੋਲਨ ਕਿਸਾਨਾਂ ਦੇ ਹੱਥ ਦੇ ਵਿੱਚ ਹੈਗਾ। ਅੰਦੋਲਨ ਕਿਸਾਨ ਚਲਾ ਰਹੇ ਨੇ, ਲੜਾਈ ਕਿਸਾਨ ਲੜ ਰਹੇ ਨੇ। ਉਹਦੇ ਚ ਨਾ ਜਾਖੜ ਮੈਟਰ ਕਰਦਾ ਹੈ, ਨਾ ਭਾਜਪਾ ਮੈਟਰ ਕਰਦੀ ਹੈ, ਨਾ ਅਕਾਲੀ ਦਲ ਮੈਟਰ ਕਰਦਾ ਹੈ, ਨਾ ਕੋਈ ਹੋਰ ਕਰਦਾ ਹੈ। ਇਹ ਆਪਸ ਚ ਡਿਬੇਟ ਹੀ ਕਰ ਸਕਦੇ ਨੇ, ਪਰ ਇਹਨਾਂ ਦਾ ਤਾਂ ਕੋਈ ਰੋਲ ਹੀ ਨਹੀਂ ਹੈਗਾ। ਇਹ ਤੇ ਲੜਾਈ ਨਹੀਂ ਲੜ ਰਹੇ। ਸਮਝੌਤਾ ਤੇ ਉਹਨਾਂ ਨਾਲ ਕਰੋਗੇ ਨਾ ਜੋ ਲੜਾਈ ਲੜ ਰਹੇ ਨੇ। ਇਹ ਆਪਸ ਚ ਜੋ ਮਰਜ਼ੀ ਡਿਬੇਟ ਕਰੀ ਜਾਣ। ਔਰ ਮੈਨੂੰ ਜੋ ਗੱਲ ਨਜ਼ਰ ਆ ਰਹੀ ਹੈ ਕਿ ਜਿਵੇਂ ਤੁਸੀਂ ਕਿਹਾ ਹੈਗਾ ਕਿ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ, ਇਹ ਪੋਲੀਟੀਕਲ ਲੀਡਰ ਜਿਹੜੇ ਨੇ, ਇਹ ਲਗਾਤਾਰ ਆਲਰੇਡੀ ਵੀ ਥੋੜੇ ਜਿਹੇ ਇਰੈਲੀਵੈਂਟ ਹੋ ਗਏ ਨੇ, ਪਰ ਇਹ ਲਗਾਤਾਰ ਇਹ ਲੋਕਾਂ ਤੋਂ ਟੁੱਟਣਗੇ, ਇਰੈਲੀਵੈਂਟ ਹੋਣਗੇ। ਇਹ ਇਹਨਾਂ ਲਈ ਆਉਣ ਵਾਲਾ ਟਾਈਮ ਕੋਈ ਬਹੁਤ ਚੰਗਾ ਨਹੀਂ ਹੋਏਗਾ। ਜੋ ਜਿਵੇਂ ਭਾਜਪਾ ਅੱਜ ਦੀ ਡੇਟ ਦੇ ਵਿੱਚ ਪੁਲਿਸ ਦੀਆਂ ਧਾੜਾਂ ਲੈ ਕੇ ਜਿਹੜੇ ਹੁਣ ਲੀਡਰ ਨੇ ਜਿਹਨੇ ਭਾਜਪਾ ਦੇ, ਉਹ ਥਾਣਿਆਂ 'ਚ ਜਾ ਕੇ ਸਾਰੇ ਬੈਠੇ ਨੇ ਜੀ, ਸਾਨੂੰ ਸਿਕਿਉਰਿਟੀ ਦਿਓ ਜੀ, ਫਲਾਨ ਕਰੋ ਜੀ, ਇਹ ਕਰੋ ਜੀ। ਜੇ ਇੱਕ ਪੋਲੀਟੀਕਲ ਪਾਰਟੀ ਨੇ ਪੁਲਿਸ ਦੇ ਜ਼ੋਰ ਦੇ ਨਾਲ ਲੋਕਾਂ ਦੇ ਵਿੱਚ ਜਾਣਾ ਹੈਗਾ, ਤੁਸੀਂ ਨਾਲ 20 ਬੰਦੇ ਪੁਲਿਸ ਦੇ ਨਾਲ ਲੈ ਕੇ ਲੋਕਾਂ 'ਚ ਵਿਚਰਨਾ ਚਾਹੁੰਦੇ ਹੋ, ਫਿਰ ਕਿਹੋ ਜਿਹੀ ਤੁਸੀਂ ਸਿਆਸਤ ਕਰ ਸਕਦੇ ਹੋ, ਕਿੰਨੇ ਕੁ ਤੁਸੀਂ ਲੋਕਾਂ 'ਚ ਹਰਮਨ ਪਿਆਰੇ ਹੋ ਸਕਦੇ ਹੋ, ਉਹ ਤੁਸੀਂ ਉਤੋਂ ਅੰਦਾਜ਼ਾ ਲਾ ਸਕਦੇ ਹੋ। ਮੈਨੂੰ ਲੱਗਦਾ ਕਿ ਇਹ ਜਿਹੜੇ ਆਉਣ ਵਾਲੇ ਦਿਨ ਹੈਗੇ ਨੇ ਉਹਨਾਂ 'ਚ ਸਿਆਸੀ ਪਾਰਟੀਆਂ ਦਾ ਨਖੇੜਾ ਹੋ ਜਾਏਗਾ ਕਿ ਕਿਹੜਾ ਕਿੱਥੇ ਖੜਾ ਹੋਇਆ। ਬਿਲਕੁਲ, ਬਹੁਤ ਵੱਡੀ ਗੱਲ ਜਿਹੜੀ ਹੈਗੀ ਆ ਤੁਸੀਂ ਕਹਿ ਰਹੇ ਹੋ। ਮੈਂ ਅੱਗੇ ਕਮੈਂਟਸ ਲੈਣ ਤੋਂ ਪਹਿਲਾਂ ਹਰਕਮਲ ਜੀ, ਹਰਸਿਮਰਤ ਬਾਦਲ ਉਸ ਦੀਆਂ ਗੱਲਾਂ ਦੇ ਨਾਲ, ਉਸ ਦੇ ਫੈਸਲੇ ਨਾਲ ਵੱਖ-ਵੱਖ ਰਾਏ ਹੋ ਸਕਦੀ ਹੈ, ਪਰ ਇੱਕ ਗੱਲ ਉਹਨੇ ਜਿਹੜੀ ਕਮਾਲ ਦੇ ਕਮੈਂਟਸ ਕੀਤੇ ਸੀ, ਉਹਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਲੱਡੂ ਖਾਓ, ਇਹ ਤੁਹਾਡੇ ਲਈ ਚੰਗੇ ਹੈ। ਕਿਸਾਨ ਕਹਿੰਦੇ ਆ ਸਾਡੇ ਲਈ ਜ਼ਹਿਰ ਹੈ। ਕਿਸਾਨਾਂ ਨੂੰ ਸਮਝ ਨਹੀਂ ਲੱਗਦੀ ਕਿ ਸਾਨੂੰ ਜ਼ਹਿਰ ਜ਼ਬਰਦਸਤੀ ਕਿਉਂ ਖਵਾਇਆ ਜਾ ਰਿਹਾ ਹੈ। ਪੂਰੇ ਮੁਲਕ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਭਲੇ ਲਈ ਖਵਾਈ ਜਾ ਰਹੀ ਹੈ ਜ਼ਹਿਰ। ਇਸ ਮੁੱਦੇ ਤੇ ਮੈਂ ਚਰਚਾ ਜਿੱਦਾਂ ਹਰਕਮਲ ਜੀ ਨੇ ਕਮੈਂਟਸ ਕੀਤੇ ਹੈ, ਗੁਰਪ੍ਰੀਤ ਜੀ ਤੁਹਾਡੇ ਕੋਲੋਂ ਵੀ ਕਮੈਂਟਸ ਲੈਣਾ ਚਾਹਾਂਗਾ। ਜੋ ਮੌਜੂਦਾ ਸਥਿਤੀ ਬਣੀ ਹੈ, ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਹੈ, ਜਿਸ ਇਲਾਕੇ ਨਾਲ, ਜਿਸ ਖੇਤਰ ਨਾਲ ਤੁਸੀਂ ਸੰਬੰਧ ਰੱਖਦੇ ਹੋ, ਉੱਥੇ ਭਾਜਪਾ ਦੀ ਵੀ ਕਾਫੀ ਬੱਲੇ ਬੱਲੇ ਰਹੀ। ਅੱਜ ਵੀ ਪਾਰਲੀਮੈਂਟ ਮੈਂਬਰ ਭਾਜਪਾ ਦੇ ਜੇ ਕੋਈ ਹੈਗੇ ਹੈ ਤਾਂ ਤੁਹਾਡੇ ਇਲਾਕੇ 'ਚੋਂ ਗੁਰਦਾਸਪੁਰ 'ਚੋਂ ਜਿੱਤ ਕੇ ਆਏ ਹੈ। ਪਰ ਜੋ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ, ਗੁਰਪ੍ਰੀਤ ਤੁਸੀਂ ਜਰਨਲਿਸਟ ਹੋ, ਲੰਬੇ ਸਮੇਂ ਤੋਂ ਪੋਲੀਟੀਕਲ ਸਿਸਟਮ ਨੂੰ ਦੇਖਦੇ ਆ ਰਹੇ ਹੋ, ਕੀ ਲੱਗਦਾ ਜਿੱਦਾਂ ਹਰਕਮਲ ਜੀ ਨੇ ਵੀ ਕਿਹਾ ਭਾਜਪਾ ਬਿਲਕੁਲ ਜਿਹੜੀ ਹੈਗੀ ਹੈ ਇਹ ਰੈਲੇਵੈਂਟ ਹੁੰਦੀ ਜਾ ਰਹੀ ਹੈ ਮੌਜੂਦਾ ਸਥਿਤੀਆਂ ਦੇ ਅੰਦਰ? ਬਾਕੀ ਰਾਜਸੀ ਧਿਰਾਂ ਤਾਂ ਹੋ ਹੀ ਰਹੀਆਂ, ਪਰ ਭਾਜਪਾ ਨੂੰ ਕੋਈ ਸੁਣਨ ਲਈ ਵੀ ਤਿਆਰ ਨਹੀਂ ਕਿ ਵਰਚੁਅਲ ਕਾਨਫਰੰਸਾਂ ਕਰਕੇ ਸਗੋਂ ਇੱਕ ਹੋਰ ਮਾਹੌਲ ਵਿਗਾੜ ਰਹੇ ਹੈ। ਜੀ ਜਗਤਾਰ ਜੀ ਦੇਖੋ, ਬੀਜੇਪੀ ਵੱਲੋਂ ਇੱਕ ਟਰੈਕਟਰ ਰੈਲੀ ਸ਼ੁਰੂ ਕੀਤੀ ਗਈ ਪਠਾਨਕੋਟ, ਜਿਹੜਾ ਕਿ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਦਾ ਹੀ ਗੜ ਮੰਨਿਆ ਜਾਂਦਾ। 3 ਵਿਧਾਨ ਸਭਾ ਹਲਕੇ ਤਿੰਨੇ ਬੀਜੇਪੀ ਨੂੰ ਰਿਪਰੈਜ਼ੈਂਟ ਕਰਦੇ ਆ। ਦੂਸਰੇ ਜੇ ਆਪਾਂ MP ਦੀ ਗੱਲ ਕੀਤੀ ਜਿੱਦਾਂ ਤੁਸੀਂ, ਉਹ ਵੀ ਉਹਨਾਂ ਦਾ ਵੀ ਫੋਕਸ ਸਾਰਾ ਪਠਾਨਕੋਟ ਰਹਿੰਦਾ ਬੇਸਿਕਲੀ। ਉੱਥੋਂ ਤੇ ਕਰ ਲਈ, ਹੁਸ਼ਿਆਰਪੁਰ ਦੇ ਵਿੱਚ ਹੋਣ ਨਹੀਂ ਦਿੱਤੀ ਗਈ ਕਿਉਂਕਿ ਵਿਰੋਧ ਦਾ ਸਾਹਮਣਾ ਨਹੀਂ ਕਰ ਪਾ ਰਹੇ ਸੀ। ਸਿਕਿਉਰਿਟੀ ਰੀਜ਼ਨਸ ਤੇ ਪੁਲਿਸ ਨੇ ਉਹ ਕਰਨ ਨਹੀਂ ਦਿੱਤੀ, ਐਡਮਿਨਿਸਟ੍ਰੇਸ਼ਨ ਨੇ ਕਰਨ ਨਹੀਂ ਦਿੱਤੀ। ਅਗਲੇ ਦਿਨ ਜੇ ਜਲੰਧਰ ਦੇ ਵਿੱਚ ਹੋਈ ਤਾਂ ਜਲੰਧਰ ਦੇ ਵਿੱਚ ਵੀ ਕਿੰਨੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਰਾਤ ਤੱਕ ਉਹਦਾ ਰਿਜ਼ਲਟ ਆਇਆ ਕਿ ਗੱਡੀਆਂ ਦੇ ਸ਼ੀਸ਼ੇ ਤੋੜ, ਰਸਤੇ 'ਚ ਸ਼ੀਸ਼ੇ ਟੁੱਟ ਗਏ। ਕਿੰਨੇ ਟੁੱਟੇ, ਕਿਵੇਂ ਟੁੱਟੇ, ਇਹ ਤੇ ਚਲੋ ਜਾਂਚ ਦਾ ਵਿਸ਼ਾ, ਜਾਂਚ ਚੱਲ ਰਹੀ ਹੈ। 2 ਧਿਰਾਂ ਆਪਸ ਵਿੱਚ ਲੜ ਰਹੀਆਂ। ਕਾਂਗਰਸ ਦੇ ਯੂਥ, ਬੀਜੇਪੀ ਦਾ ਕਹਿਣਾ ਜੀ ਕਾਂਗਰਸ ਦੇ ਯੂਥ ਵਰਕਰ ਸੀ, ਕਾਂਗਰਸ ਦਾ ਇਹ ਕਹਿਣਾ ਕਿ ਜੀ ਉਹ ਆਪਾਂ ਨਹੀਂ ਸੀ, ਕੋਈ ਹੋਰ ਹੋਣਗੇ। ਇਹਦੇ ਬਿਟਵੀਨ ਬੀਜੇਪੀ ਦੇ ਤੇ ਹਾਲਾਤ ਮਾੜੇ ਆ। ਦੇਖੋ ਦਿੱਲੀ ਦੇ ਵਿੱਚ ਇੱਕ ਡੈਲੀਗੇਟ ਕਰਦਾ ਤੇ ਪੰਜਾਬ ਦੇ ਵਿੱਚ ਵਰਚੁਅਲ ਮੀਟਿੰਗ ਕਰਦੇ ਆ। ਜੇ ਮੀਟਿੰਗ ਹੀ ਕਰਦੇ ਆ, ਜੇ ਮੀਟਿੰਗ ਸਿੱਧ ਕਰ ਰਹੇ ਹੋ ਤਾਂ ਫਿਰ ਦਿੱਲੀ ਦੇ ਵਿੱਚ ਜਿਹੜਾ ਡੈਲੀਗੇਟ ਗਿਆ ਉਹਦੇ ਨਾਲ ਹੀ ਕਰ ਲੈਂਦੇ ਕਰ ਰਹੇ ਹੋ। ਇੱਥੇ ਅੱਜ ਸਾਫ਼ ਤੌਰ ਤੇ ਉਹਨਾਂ ਨੇ ਕਹਿਤਾ ਵਰਚੁਅਲ ਮੀਟਿੰਗ ਤੇ ਹੋਣੀ ਨਹੀਂ ਦੇਣੀ। ਸੋ ਇਹ ਤੋਂ ਵਰਚੁਅਲ ਮੀਟਿੰਗ ਨਹੀਂ, ਜਿੱਥੇ ਕੀਤੀ ਉੱਥੇ ਘਰਾਓ ਕਰਾਂਗੇ, ਉੱਥੇ ਕਰਾਂਗੇ, ਚਾਹੇ ਉਹ ਭਾਵੇਂ ਲੋਕੋ ਅੰਦੋਲਨ ਨੂੰ ਖਤਮ ਕਰਨ ਨੂੰ ਸਾਰੇ ਲੋਕਾਂ ਨੂੰ ਤੋੜਨਾ ਪਵੇ, ਲੇਕਿਨ ਵਾਇਸ ਨਹੀਂ ਹੋਊਗਾ। ਇਹ ਧਿਆਨ ਰੱਖਿਆ ਜਾਏਗਾ। ਦੂਸਰੀ ਦੇਖੋ, ਕਿਸਾਨ ਜਥੇਬੰਦੀਆਂ ਤਾਂ ਬਿਲਕੁਲ ਇੱਕ ਏਦਾਂ ਚੱਲ ਰਹੀਆਂ। ਕਿਸਾਨ ਜਥੇਬੰਦੀਆਂ ਦਾ ਅੰਦੋਲਨ ਨੂੰ ਆਪਾਂ ਛੋਟਾ ਅੰਦੋਲਨ ਨਾ ਦੇਖੀਏ, ਕਿਸਾਨ ਜਥੇਬੰਦੀਆਂ ਦਾ ਇੰਨਾ ਵੱਡਾ ਅੰਦੋਲਨ ਚੱਲ ਰਿਹਾ। ਔਰ ਇਹ ਵੀ ਕਹਿ ਸਕਦਾ ਮੈਂ ਇੱਕ ਪੂਰਾ ਧਿਆਨ ਰੱਖਿਆ ਜਾ ਰਿਹਾ, ਇੱਕ ਜਿਵੇਂ ਕਿ ਇੱਕ
ਪੂਰੀ ਵਿਉਂਤਬੰਦੀ ਕੀਤੀ ਗਈ ਹੈ। ਕਿਸ ਤਰੀਕੇ ਨਾਲ ਤੁਸੀਂ ਪ੍ਰੋਟੈਸਟ 'ਚ ਬਹਿਣਾ, ਕਿਸ ਤਰੀਕੇ ਨਾਲ ਕਿੰਨੇ ਦੇਰ ਰਹਿਣਾ, ਕੀ ਹੈ ਸਾਰਾ ਇੱਕ ਪਲਾਨ, ਸਾਰਾ ਕੁਝ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਪਲਾਨ ਕੀਤਾ ਜਾਂਦਾ ਹੈ ਆਗੂਆਂ ਵੱਲੋਂ ਜਾਂ ਕਿਸੇ ਵੀ ਤਰੀਕੇ ਨਾਲ। ਜੀ ਜੀ। ਔਰ ਜਗਤਾਰ ਜੀ, ਮੈਂ ਇੱਕ ਲਾਸਟ ਗੱਲ ਕਰਾਂਗਾ ਕਿ ਅਕਾਲੀ ਦਲ ਦਾ ਜਿਹੜਾ ਸਟੈਂਡ ਇਜਲਾਸ ਦੇ ਬਾਰੇ 11 ਅਕਤੂਬਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਸੁਖਬੀਰ ਬਾਦਲ ਅੰਮ੍ਰਿਤਸਰ, ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹ ਗੁਰਦਾਸਪੁਰ ਪਹੁੰਚਦੇ, ਉਦੋਂ ਤੱਕ ਲਈ ਸੁਖਬੀਰ ਬਾਦਲ ਸਹਿਮਤ। ਸੁਖਬੀਰ ਬਾਦਲ ਇਜਲਾਸ ਨਾਲ ਕੁਝ ਨਹੀਂ ਹੋਣਾ, ਕੇਂਦਰ 'ਚ ਜਾ ਕੇ ਮੋਦੀ ਨੂੰ ਠੋਕਣਾ ਪੈਣਾ। ਇਹਨਾਂ ਦੇ ਵਰਡ ਸਿਰਫ ਤੇ ਸਿਰਫ ਕਿ ਕਿਸੇ ਤਰੀਕੇ ਆਪਾਂ ਹੋਂਦ ਬਣਾ ਲਈਏ, ਲੋਕਾਂ ਦੇ ਵਿੱਚ ਮੈਸੇਜ ਦੇ ਦਈਏ ਕਿ ਆਪਾਂ ਦੇਖੋ ਬੜੇ ਸਾਫ਼ ਸੁਥਰੇ ਆ। ਇੱਕ ਦਿਨ ਬਾਅਦ ਸੁਖਬੀਰ ਬਾਦਲ ਬੁਲਾਉਂਦੇ ਕਿ ਸਰਕਾਰ ਆਪੇ ਢਾਈ ਦਿੰਦੇ ਨੇ। ਓਕੇ, ਬਿਲਕੁਲ ਸਹੀ ਗੱਲ ਜੀ ਜੀ। ਤੁਹਾਡੇ ਵਿਚਾਰ ਜਿਹੜੇ ਹੈਗੇ ਆ ਪ੍ਰਾਸ਼ੀ ਜੀ, ਬਿਲਕੁਲ ਆਖਰੀ ਕਮੈਂਟਸ ਇਸ ਡਿਬੇਟ ਦੇ ਲਈ ਮੈਂ ਭਾਜਪਾ ਦੇ ਉੱਤੇ ਤੁਹਾਡੇ ਲੈਣਾ ਚਾਹਾਂਗਾ। ਜਿੱਦਾਂ ਹਰਕਮਲ ਜੀ ਨੇ ਵੀ ਕਿਹਾ ਕਿ ਮੌਜੂਦਾ ਜਿਹੜਾ ਸਿਸਟਮ ਹੈ, ਇਸ ਤਰੀਕੇ ਨਾਲ ਗੁਰਪ੍ਰੀਤ ਜੀ ਨੇ ਵੀ ਗੱਲ ਕੀਤੀ ਹੈ ਕਿ ਰਾਜਸੀ ਧਿਰਾਂ ਇਰਰੈਲੇਵੈਂਟ ਹੋ ਰਹੀਆਂ ਪੰਜਾਬ ਦੇ ਵਿੱਚ, ਔਰ ਭਾਜਪਾ ਜਿਹੜੀ ਹੈਗੀ ਹੈ ਸਭ ਤੋਂ ਹੇਠਲੇ ਨਿਗਾਰ ਤੇ ਹੈ, ਜੋ ਉਸਨੇ ਨੀਤੀ ਅਪਣਾਈ ਵੀ ਹੈ। ਆਉਣ ਵਾਲੇ ਦਿਨਾਂ 'ਚ ਕਿਹੋ ਜਿਹੀ ਸਥਿਤੀ ਬਣੇਗੀ? ਸੰਖੇਪ ਪ੍ਰਾਸ਼ੀ ਜੀ, ਲਾਸਟ ਕਮੈਂਟ ਤੁਹਾਡੇ। ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਅਗਲੇ ਇਲੈਕਸ਼ਨ ਦੇ ਵਿੱਚ ਇਹ ਜਿਹੜੀ ਕਿਸਾਨ ਜਥੇਬੰਦੀਆਂ ਹੈ ਇਕੱਠੀ ਹੋ ਕੇ ਉਹ ਜਿਹੜੀ ਹੈ ਬੜੀ ਇੱਕ ਸਿਆਸੀ ਤਾਕਤ ਦੇ ਰੂਪ ਦੇ ਵਿੱਚ ਉਭਰਨਗੀਆਂ, ਜਿਹਦੇ ਵਿੱਚ ਸਾਰੀ ਸਿਆਸੀ ਜਿਹੜੀਆਂ ਪਰੰਪਰਾਗਤ ਹੈਗੀਆਂ ਪਾਰਟੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਭਾਜਪਾ ਹੋਵੇ, ਕਾਂਗਰਸ ਹੋਵੇ, ਈਵਨ ਆਮ ਆਦਮੀ ਪਾਰਟੀ ਹੋਵੇ, ਇਹ ਸਾਰੀਆਂ ਜਿਹੜੀਆਂ ਪਿੱਛੇ ਪੈ ਜਾਣਗੀਆਂ। ਔਰ ਅਗਰ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਇਸੇ ਤਰ੍ਹਾਂ ਆਪਣਾ ਏਕਾ ਕਾਇਮ ਕਰਕੇ ਇਲੈਕਸ਼ਨ ਲੜਦੀਆਂ ਤਾਂ ਪੰਜਾਬ ਦੇ ਵਿੱਚ ਬੜੀ ਭਾਰੀ ਸਿਆਸੀ ਪਰਿਵਰਤਨ ਆ ਸਕਦਾ ਹੈ। ਔਰ ਉਹਦੇ ਜਿਹੜੇ ਆਸਾਰ ਹੈ ਉਹ ਹੁਣੇ ਤੋਂ ਨਜ਼ਰ ਆਉਣੇ ਸ਼ੁਰੂ ਹੋ ਗਏ ਆ, ਕਿਉਂਕਿ ਇਹਨਾਂ ਕਿਸਾਨਾਂ ਦਾ ਏਕਾ ਹਾਲੇ ਤੱਕ ਬਰਕਰਾਰ ਹੈ। ਇਹਨਾਂ ਪ੍ਰਚੰਡ ਕਿਸਮ ਦਾ ਅੰਦੋਲਨ ਜਿਹੜਾ ਹੈ ਉਹ ਇੰਨੀ ਦੇਰ ਤੱਕ ਚਲਾਉਣ ਹਰ ਪਾਸੇ ਪਾਰਟੀ ਦੇ ਬਸ 'ਚ ਨਹੀਂ ਹੁੰਦਾ, ਲੇਕਿਨ ਇਹਨਾਂ ਨੇ ਦੇਖੋ ਰਾਤ ਨੂੰ ਸੜਕਾਂ 'ਤੇ ਕੱਟੀਆਂ, ਰੇਲਾਂ 'ਤੇ ਕੱਟੀਆਂ, ਔਰ ਹਾਲੇ ਤੱਕ ਉਹ ਬੈਠੇ ਆ। ਔਰ ਜਿਸ ਤਰ੍ਹਾਂ ਮੋਰਚਾ ਲੱਗਦਾ ਹੁੰਦਾ ਨਾ, ਜਿਹੜਾ ਅਕਾਲੀਆਂ ਵੇਲੇ ਮੋਰਚਾ ਲੱਗਦਾ ਹੁੰਦਾ ਸੀ, ਉਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਮੋਰਚਾ ਲੱਗਿਆ ਹੋਇਆ, ਜਿਹੜਾ ਕਿ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਇੱਕ ਕੰਗ੍ਰੈਚੁਲੇਟਰੀ ਮੈਸੇਜ ਸਾਡੇ ਵੱਲੋਂ ਵੀ ਜਾਣਾ ਚਾਹੀਦਾ ਹੈ ਕਿ ਤੁਸੀਂ ਪੰਜਾਬ, ਬਹੁਤ ਮਿਹਰਬਾਨੀ ਇਸ ਤਰ੍ਹਾਂ ਤੁਸੀਂ ਇਹ ਚੱਕਿਆ ਵਾ ਜਿਹੜਾ ਕਿ ਸਾਰਾ ਹਿੰਦੁਸਤਾਨ ਹਿਲ ਗਿਆ। ਬਿਲਕੁਲ ਪ੍ਰਾਸ਼ੀ ਜੀ, ਥੈਂਕ ਯੂ ਵੈਰੀ ਮਚ। ਗੁਰਪ੍ਰੀਤ ਜੀ, ਹਰਕਮਲ ਜੀ, ਪ੍ਰਾਸ਼ੀ ਜੀ, ਬਹੁਤ ਬਹੁਤ ਧੰਨਵਾਦ। ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਆਏ। ਦਰਸ਼ਕਾਂ ਦੇ ਲਈ ਸੁਨੇਹਾ, ਸਾਡੇ ਸੀਨੀਅਰ ਜਰਨਲਿਸਟਾਂ ਨੇ ਪੰਜਾਬ ਦੀ ਸੱਚ ਦੀ ਪੇਸ਼ਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਮੈਂ ਹਮੇਸ਼ਾ ਦਾਅਵੇ ਨਾਲ ਕਹਿਣਾ ਕਿ ਤੁਹਾਨੂੰ ਪਸੰਦ ਆਏਗੀ, ਕਿਉਂਕਿ ਪੰਜਾਬ ਦੀ ਚੀਜ਼ ਹੈ, ਪੰਜਾਬ ਦਾ ਦਰਦ ਹੈ। ਮੈਂ ਇਹ ਵੀ ਤੁਹਾਡੇ ਕੋਲੋਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਜਿਹੜੇ ਕਮਿਊਨੀਕੇਸ਼ਨ ਦੇ ਸੋਰਸ ਹੈ, ਇਹ ਸੱਚ ਦੀ ਆਵਾਜ਼ ਉੱਥੇ ਵੀ ਸ਼ੇਅਰ ਕਰੋਗੇ। ਇੱਕ ਵਾਰ ਮੈਂ ਮੁੜ ਤੁਹਾਡੇ ਸਾਰਿਆਂ ਵੱਲੋਂ ਆਪਣੇ ਸੀਨੀਅਰ ਜਰਨਲਿਸਟਾਂ ਦਾ ਤਾਂ ਧੰਨਵਾਦੀ ਹਾਂ ਹੀ, ਇਸ ਦੇ ਨਾਲ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।